ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਖਾਲਸੋ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ। ਆਨ ਨਾ ਮਾਨੈ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹੀ। ਏਕ ਹਰੀ ਦਾਸ ਰੂਪ ਗੁਰ ਗ੍ਰੰਥ ਪੰਥ ਕੋ ਬੰਦ। ਗ੍ਰੰਥ ਪੰਥ ਪ੍ਰਕਾਸ਼ ਜਹੈ ਅਬ ਬਰਨੋ ਸੁਖ ਕੰਦ। ਗ੍ਰੰਥ ਪੰਥ ਪ੍ਰਕਾਸ਼ ਜਹੈ ਅਬ ਬਰਨੋ ਸੁਖ ਕੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਹੋਈ ਹੈ ਜੋ ਸ਼ਾਮ ਦੇ ਸਮੇਂ ਆਪਾਂ ਨੂੰ ਸਤਸੰਗ ਘੜੀਆਂ ਪ੍ਰਾਪਤ ਹਨ। ਲੜੀਵਾਰ ਜੋ ਕਥਾ ਇਤਿਹਾਸ ਦੀ ਆਤ ਸਤਕਾਰ ਜੋ ਗਿਆਨੀ ਗਿਆਨ ਸਿੰਘ ਜੀ ਉਹਨਾਂ ਦੁਆਰਾ ਰਚਿਤ ਮਹਾਨ ਇਤਿਹਾਸਿਕ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼ ਜਿਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਉੱਤਰਾਰਧ ਭਾਗ ਵਿੱਚ 59ਵੇਂ ਅਧਿਆਏ 'ਚ ਆਪਾਂ ਵੱਖ-ਵੱਖ ਜਿਹੜੀਆਂ ਸੰਪਰਦਾ ਚੱਲੀਆਂ ਤੇ ਜਿਨ੍ਹਾਂ ਦੇ ਵਿੱਚੋਂ ਗੁਲਾਬਦਾਸੀਏ ਸੰਪਰਦਾ ਜਿਹੜੀ ਹੈ ਇਹ ਕੀ ਸੀ ਉਹਦੇ ਬਾਰੇ ਗਿਆਨੀ ਜੀ ਨੇ ਦੱਸਿਆ ਕਿ ਗੁਲਾਬਦਾਸ ਕੌਣ ਸੀ, ਕਿਵੇਂ ਗਿਆਨ ਹੋਣ ਦੇ ਬਾਵਜੂਦ ਵੀ ਜਿਹੜਾ ਜੀਵਨ ਸੀ ਇਹਦਾ ਕੋਈ ਬਹੁਤਾ ਚੰਗਾ ਨਹੀਂ ਸੀ। ਭਾਵੇਂ ਵਿਦਾਂਤ ਵਗੈਰਾ ਬਹੁਤ ਪੜ੍ਹਿਆ ਹੋਇਆ ਸੀ ਤੇ ਹੋਰਾਂ ਨੂੰ ਵੀ ਅੱਗੇ ਪੜ੍ਹਾਉਂਦਾ ਸੀ, ਪਰ ਹਾਲਾਤ ਇਹਦੇ ਆਪ ਦੇ ਜੀਵਨ ਦੇ ਚੰਗੇ ਨਹੀਂ ਸਨ। ਉਹੇ ਜਿਹੇ ਗਾਹਾਂ ਚੇਲੇ ਹੋ ਗਏ। ਸ਼ੁਸ਼ਕ ਗਿਆਨ ਜਿਹੜਾ ਲੋਕਾਂ ਨੂੰ ਦ੍ਰਿੜ ਕਰਵਾਉਣਾ ਸ਼ੁਰੂ ਕੀਤਾ। ਫਿਰ ਗਾਂ ਦੁਨੀਆ ਜਿਹੜਾ ਖਾਸ ਕਰਕੇ ਨੌਜਵਾਨੀ ਵਰਗ ਸੀ ਉਹਦੇ ਤੇ ਜਿਹੜੇ ਗੁਰਮੁਖ ਉਸੇ ਤਰ੍ਹਾਂ ਹੀ ਖੁੱਲ੍ਹੇ ਵਿਚਾਰ ਵਿੱਚ ਹੀ ਜਿਉਣਾ ਚਾਹੁੰਦੇ ਸਨ ਤਾਂ ਫਿਰ ਉਹਨਾਂ ਤੇ ਅਸਰ ਹੋਇਆ। ਲੋਕਾਂ ਦਾ ਜੀਵਨ ਕੋਈ ਵਧੀਆ ਨਾ ਬਣਿਆ, ਵਿਗਾੜ ਜ਼ਿਆਦੇ ਪੈਂਦਾ ਗਿਆ। ਗਰੀਬ ਲੋਕਾਂ ਤੋਂ ਆਪ ਦੀ ਬਹੁਤ ਜਿਹੜੀ ਹੈ ਪੂਜਾ ਗੁਲਾਬਦਾਸ ਨੇ ਕਰਵਾਉਣੀ ਸ਼ੁਰੂ ਕੀਤੀ। ਉਹ ਸਮਾਂ ਆਇਆ ਫਿਰ ਰਾਜਿਆਂ ਨੇ ਮਹਾਰਾਜਾ ਪਟਿਆਲਾ ਨਰਿੰਦਰ ਸਿੰਘ ਤੇ ਨਾਭੇ ਦਾ ਰਾਜਾ ਭਰਪੂਰ ਸਿੰਘ ਔਰ ਇਸੇ ਤਰ੍ਹਾਂ ਜਿਹੜੇ ਹੋਰ ਰਾਜੇ ਸਨ ਵਜ਼ੀਰ ਸਿੰਘ ਇਹ ਮਹਾਰਾਜਾ ਫਰੀਦਕੋਟ ਸੀ ਤੇ ਇੱਕ ਜਿਹੜਾ ਸਰੂਪ ਸਿੰਘ ਸੀ ਜੀਂਦ ਦਾ ਮਹਾਰਾਜਾ। ਇਹਨਾਂ ਰਾਜਿਆਂ ਸਰਦਾਰਾਂ ਨੇ ਫਿਰ ਗੁਲਾਬਦਾਸੀ ਜੋ ਗੁਲਾਬਦਾਸੀਆ ਮੌਜੀ ਜਹਾਂ ਮਿਲਿਓ ਤਹ ਪਕੜਿਓ ਜੀ। ਜਿੱਥੇ ਕੋਈ ਇਹਨਾਂ ਦਾ ਮੌਜੀ ਕਹਿਣ ਲੱਗੇ ਗੁਲਾਬਦਾਸੀ ਮੌਜੀ ਜਿੱਥੇ ਮਿਲੇ ਇਹਨਾਂ ਨੂੰ ਫਿਰ ਫੜਿਆ
ਬਲਕਿ ਉਸੀ ਵਜ੍ਹਾ ਕੇ ਔਰ ਥੇ ਜੋ ਤਿਨੇ ਭੀ ਜਕਰਿਓ ਜੀ। ਇਸ ਤਰ੍ਹਾਂ ਦੇ ਜਿਹੜੇ ਹੋਰ ਸਨ ਉਹ ਵੀ ਜਕਣ ਲਏ। ਤਿਉਂ ਹੀ ਅੰਗਰੇਜ਼ੀ ਇਲਾਕੇ ਮੈਂ ਜ਼ਮਾਨਤਾ ਥਾਈ ਜੀ। ਜ਼ਿੰਮੇਵਾਰੀਆਂ ਹੋਈਆਂ ਫਿਰ ਅੰਗਰੇਜ਼ਾਂ ਦੇ ਇਲਾਕਿਆਂ ਵਿੱਚ। ਚੌਧਰੀਆਂ ਨੇ ਸਜ਼ਾ ਦਿਲਾਈ ਅਨਕਹਿ ਲੁੱਚਿਓ ਤਾਈ ਜੀ। ਅਨੇਕਾਂ ਇਹਨਾਂ ਜਿਹੜਾ ਸੀ ਵਿਚਾਰੀ ਲੋਕਾਂ ਨੂੰ ਸਜ਼ਾ ਦਵਾਈਆਂ ਨੇ। ਆਓ ਅੱਗੇ ਪ੍ਰੇਮ ਸਤਿਕਾਰ ਨਾਲ ਇਤਿਹਾਸ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 1912 ਤੇ 14 ਲੋ। 1912 ਬਿਕਰਮੀ ਸੰਮਤ ਤੋਂ ਲੈ ਕੇ 1914 ਬਿਕਰਮੀ ਸੰਮਤ ਤੱਕ ਜਬ ਹੋਈ ਐਸੇ ਜੀ। ਜਦੋਂ ਇਸ ਤਰ੍ਹਾਂ ਦਾ ਫਿਰ ਹਾਲ ਹੋਇਆ, ਪੈ ਉਬਾਲ ਮੈਂ ਜਲ ਜਿਉ ਪਰ ਹੈ। ਜਿਵੇਂ ਗੁਰਮੁਖੋ ਪੈ ਫਾਰਸੀ ਵਿੱਚ ਦੁੱਧ ਨੂੰ ਕਹਿੰਦੇ ਪੈ ਉਬਾਲ ਮੈਂ। ਜਿਵੇਂ ਦੁੱਧ ਦੇ ਉਬਾਲ ਵਿੱਚ ਦੁੱਧ ਉਬਲ ਤੇ ਆ ਜੇ ਉਹਦੇ ਵਿੱਚ ਪਾਣੀ ਪਾ ਦਿੰਦੇ, ਜਲ ਜਿਉ ਪਰ ਹੈ, ਤੇ ਉਹ ਫਿਰ ਉਬਾਲਾ ਇੱਕਦਮ ਖਤਮ ਹੋ ਜਾਂਦਾ। ਘਟੇ ਲੋਕ ਇਹੋ ਤੈਸੇ ਜੀ। ਦੁੱਧ ਦੇ ਉਬਾਲੇ ਵਾਂਗੂ ਫਿਰ ਇਹ ਲੋਕ ਜਿਹੜੇ ਆ ਜਦੋਂ ਸਜ਼ਾ ਮਿਲੀਆਂ ਫਿਰ ਉਸ ਤਰ੍ਹਾਂ ਇੱਕਦਮ ਹੀ ਘਟ ਗਏ। ਡੰਡਾ ਪੀਰ ਲੁੱਚੇ ਲੰਡਿਓ ਕਾ। ਗਿਆਨੀ ਜੀ ਕਹਿੰਦੇ ਅਸਲ ਵਿੱਚ ਜਿਹੜੇ ਲੁੱਚੇ ਲੰਡੇ ਹੁੰਦੇ ਆ ਨਾ, ਉਹਨਾਂ ਦਾ ਡੰਡਾ ਹੀ ਪੀਰ ਹੁੰਦਾ ਹੈ। ਖੰਡ ਪਖੰਡ ਸੁੱਟੈ ਹੈ ਜੀ। ਜਿਹੜਾ ਫਿਰ ਪਖੰਡ ਨੂੰ ਨਾਸ਼ ਕਰ ਸੁੱਟਦਾ ਹੈ। ਪੈ ਤਬ ਪਰਖਿਓ ਗਇਓ ਕੂਰ ਸੱਚ। ਪਰ ਫਿਰ ਵੀ ਗਿਆਨੀ ਜੀ ਕਹਿੰਦੇ ਹੋਇਆ ਵੀ ਝੂਠ ਤੇ ਸੱਚ ਪਰਖਿਆ ਗਿਆ ਇੱਥੇ। ਹਮ ਭੀ ਥੇ ਤਿਨ ਮੈਂ ਹੈ ਜੀ। ਤੇ ਅਸੀਂ ਵੀ ਇਹਦੇ ਵਿੱਚ ਹੀ ਹਾਂ। ਡਰਤ ਗੁਲਾਬ ਦਾਸੀਏ ਮੌਜੀ। ਜਿਹੜੇ ਫਿਰ ਗੁਲਾਬ ਦਾਸੀਏ ਮੌਜੀ ਸੀ ਡਰਦੇ ਹੋਏ। ਇਸ ਮਤ ਕੋ ਤਜ ਰਾਸੀ ਜੀ। ਇਹ ਮਤ ਨੂੰ ਸਾਰੇ ਛੱਡ ਗਏ। ਲੱਗੇ ਨਿਰਮਲੇ ਸਾਧ ਸਦਾਵਨ। ਫਿਰ ਆਪਣੇ ਆਪ ਨੂੰ ਨਿਰਮਲੇ ਸਾਧੂ ਅਖਵਾਉਣ ਲੱਗ ਪਏ। ਸੰਨਿਆਸੀ ਉਦਾਸੀ ਜੀ। ਕੋਈ ਆਪਣੇ ਆਪ ਨੂੰ ਸੰਨਿਆਸੀ, ਕੋਈ ਆਪਣੇ ਆਪ ਨੂੰ ਉਦਾਸੀ ਕਹਾਉਣ ਲੱਗ ਪਿਆ। ਤਬੈ ਗੁਲਾਬ ਦਾਸ ਨੇ ਭੀ। ਫਿਰ ਉਸ ਸਮੇਂ ਜਿਹੜਾ ਗੁਲਾਬ ਦਾਸ ਸੀ ਉਸਨੇ ਵੀ ਬਹੁ ਪਕੜ ਬਿਗਾਰੀ ਐਂਠੇ ਜੀ। ਬਹੁਤ ਕਹਿੰਦੇ ਵਿਗੜਿਆ ਹੋਇਆਂ ਨੂੰ ਫੜ ਕਰਕੇ ਚੰਗਾ ਉਹਨਾਂ ਨੂੰ ਸਜ਼ਾ ਦਿੱਤੀ। ਸਿਦਕੀ ਕਾਇਮ ਰਹੇ ਕੀ ਚਿਤੈ। ਜਿਹੜੇ ਸਿਦਕ ਵਾਲੇ ਸਨ ਉਹ ਕਿੰਨੇ ਜਿਹੜੇ ਇਸ ਤਰ੍ਹਾਂ ਦੇ ਕਾਇਮ ਦਾਇਮ ਰਹੇ। ਕਾਚੇ ਥੇ ਫਿਰ ਬੈਠੇ ਜੀ। ਜਿਹੜੇ ਕੱਚੇ ਸਨ ਉਹ ਭਾਈ ਸਾਰੇ ਬਹਿ ਗਏ, ਖਤਮ ਹੋ ਗਏ। ਐ ਪਰ ਛੋੜ ਵਿਕਾਰ ਅਨੇਕੈ। ਪਰ ਬਹੁਤ ਇਹ ਵੀ ਸਨ ਜਿਹੜੇ ਫਿਰ ਵਿਸ਼ੇ ਵਿਕਾਰ ਵਾਲਾ ਜੀਵਨ ਛੱਡ ਕੇ ਨੇਕ ਕਾਰ ਮੈਂ ਆਏ ਜੀ। ਉਹ ਸ਼ੁਭ ਕਾਰਜ ਵਿੱਚ ਜਿਹੜਾ ਆ ਗਏ। ਫਿਰਕਾ ਕਾਇਮ ਰਹਿਓ ਇਹੋ ਭੀ। ਫਿਰ ਇਹਨਾਂ ਦਾ ਜਿਹੜਾ ਗੁਲਾਬ ਦਾਸੀਆਂ ਦਾ ਫਿਰਕਾ ਸੀ, ਪੰਥ, ਉਹ ਕਾਇਮ ਰਿਹਾ ਹੈ। ਅਬ ਲੋ ਬਹੁ ਭਾਏ ਜੀ। ਜੋ ਹੁਣ ਤੱਕ ਹੈ ਬਹੁਤ। ਯਦੀ ਗੁਲਾਬ ਦਾਸ ਕੇ ਚੇਲੇ। ਭਾਵੇਂ ਕਹਿੰਦੇ ਗੁਲਾਬ ਦਾਸ ਦੇ ਜਿਹੜੇ ਚੇਲੇ ਨੇ ਲਾਇਕ ਹੋਤੇ ਅਨੇਕੈ ਜੀ। ਉਹਨਾਂ ਵਿੱਚ ਬਹੁਤ ਚੰਗੇ ਲਾਇਕ ਵੀ ਸਨ ਅਨੇਕਾਂ। ਪੈ ਇੱਕ ਸਾਹਿਬ ਸਿੰਘ ਕੁਮਾਰ ਕੇ। ਪਰ ਇੱਕ ਸਾਹਿਬ ਸਿੰਘ ਹੈ ਜਿਹੜਾ ਕੁਮਾਰਾਂ ਦੇ ਘਰ। ਬੇਟੇ ਕੋ ਲਖ ਨੇਕੈ ਜੀ। ਉਹ ਕੁਮਾਰ ਦਾ ਪੁੱਤਰ ਸੀ, ਉਹ ਬਹੁਤ ਚੰਗਾ ਸੀ। ਉਹ ਨਿਜ ਚੇਲਾ ਕਰ ਵਿਆਹੇ ਦਇਓ ਵਹਿ। ਇਹਨੂੰ ਫਿਰ ਗੁਲਾਬ ਦਾਸ ਨੇ ਆਪਣਾ ਚੇਲਾ ਬਣਾ ਕੇ ਇਹਦਾ ਵਿਆਹ ਕਰ ਦਿੱਤਾ। ਠੌਰ ਆਪਣੀ ਥਾਪਿਓ ਜੀ। ਇਹਨੂੰ ਆਪਣੀ ਜਗ੍ਹਾ ਤੇ ਥਾਪ ਦਿੱਤਾ। ਨਾਮ ਧਰਿਓ ਹਰਗੋਬਿੰਦ ਸਾਹਿਬ। ਇਹਦਾ ਨਾਂ ਹਰਗੋਬਿੰਦ ਸਾਹਿਬ ਰੱਖ ਦਿੱਤਾ।
ਹੈ ਅਵਲੋ ਜੋ ਜਾਪਿਓ ਜੀ। ਜੋ ਭਾਈ ਹੁਣ ਤੱਕ ਕਿਉਂ ਜਾਣਿਆ ਜਾਂਦਾ ਹੈ। ਤੇਗ ਬਹਾਦਰ ਨਾਮ ਤਾਹੇ ਕੇ। ਤੇ ਉਹਦੇ ਅੱਗੇ ਪੁੱਤ ਹੋਇਆ, ਉਹਨੇ ਫਿਰ ਆਪਦਾ ਨਾਂ, ਆਪਦੇ ਪੁੱਤ ਦਾ ਨਾਂ ਤੇਗ ਬਹਾਦਰ ਰੱਖਿਆ ਗੁਰੂਆਂ ਦੀ ਰੀਸ ਵਿੱਚ। ਸੁੱਤ ਕਾ ਧਰਿਓ ਬਨਾਈ ਜੀ। ਆਪਣੇ ਪੁੱਤਰ ਦਾ ਨਾਂ ਤੇਗ ਬਹਾਦਰ ਰੱਖ ਲਿਆ। ਹੇਤ ਖਿਜਾਵਨ ਸਿੱਖਨ ਕੋ ਇਹੋ। ਇਹ ਕਹਿੰਦੇ ਸਿੱਖਾਂ ਨੂੰ ਖਿਜਾਉਣ ਦੇ ਵਾਸਤੇ। ਜਾਨ ਬੂਝ ਚਿੜ ਲਾਈ ਜੀ। ਜਾਣ ਬੁੱਝ ਕੇ ਨੇ ਖਿਜ ਲਾਈ। ਇਹ ਪਹਿਲਾਂ ਤਾਂ ਨਾਂ ਆਪਦਾ ਹਰਗੋਬਿੰਦ ਧਰਾਇਆ ਉਹਨੇ, ਆਪਦੇ ਗਾਂ ਪੁੱਤ ਦਾ ਨਾਂ ਤੇਗ ਬਹਾਦਰ ਰੱਖਿਆ। ਜੋਗ ਭੋਗ ਦੋਨੇ ਵੱਡ ਮਾਣੇ। ਇਉਂ ਚੰਗਾ ਜੋਗ ਭੋਗ ਦੋਨੇ ਹੀ ਬਹੁਤ ਮਾਣੇ। ਪੀਰੋ ਦਾਸ ਗੁਲਾਬੈ ਜੀ। ਪੀਰੋ ਨੇ ਤੇ ਗੁਲਾਬ ਦਾਸ ਨੇ। ਬਾਤਨ ਸਹਿ ਪੁਜਵਾਇਓ ਨਿਜ ਕੋ। ਗੱਲੀ ਬਾਤੀ ਹੀ ਦੇਖੋ ਆਪਦੀ ਪੂਜਾ ਕਰਵਾਈ ਇਸਨੇ। ਚੱਲ ਭੀ ਚਾਲ ਖਰਾਬੈ ਜੀ। ਖਰਾਬ ਚਾਲਾਂ ਚੱਲ ਕੇ ਵੀ ਦੁਨੀਆ ਇਹਨੂੰ ਪੂਜਦੀ ਰਹੀ। ਜ਼ੋਰ ਅਕਲ ਕੇ ਔਰ ਜਨੋਂ ਕੋ। ਜਿਹੜਾ ਅਕਲ ਦੇ ਜ਼ੋਰ ਨਾਲ ਹੋਰ ਵੀ ਲੋਕਾਂ ਨੂੰ ਨੱਟ ਜਿਉਂ ਨਾਚ ਨਚੈ ਹੈ ਜੀ। ਕਹਿੰਦੇ ਨੱਟ ਵਾਂਗੂ ਨਾਚ ਨਚਾਉਂਦਾ ਵੀ ਦੁਨੀਆ ਇਹਦੀ ਅਕਲ ਦੇ ਜ਼ੋਰ ਨਾਲ ਕਿੰਨੀ ਇਹਨੂੰ ਪੂਜਣ ਲੱਗ ਗਈ। ਅਕਲ ਹੀ ਵਰਤੀ ਉਹਨੇ, ਨਾਲੇ ਜੀਵਨ ਵੀ ਕੋਈ ਵਧੀਆ ਨਹੀਂ ਸੀ, ਫਿਰ ਵੀ ਲੋਕਾਂ ਤੋਂ ਆਪਣੀ ਪੂਜਾ ਕਰਵਾ ਗਿਆ। ਬਿਨ ਜਪ ਤਪ ਅਜਮਤ ਦਿਖ ਰਾਏ। ਬਿਨਾਂ ਕੋਈ ਜਪ ਤਪ ਨਹੀਂ ਸੀ, ਬਿਨਾਂ ਜਪ ਤਪ ਤੋਂ, ਬਿਨਾਂ ਕਰਾਮਾਤ ਦਿਖਾਏ ਤੋਂ। ਫਿਰਕਾ ਗਇਓ ਚਲੈ ਹੈ ਜੀ। ਇਹ ਆਪਣਾ ਫਿਰਕਾ ਚਲਾ ਗਿਆ ਗੁਲਾਬ ਦਾਸ। 1929 ਮੈਂ ਜਬ 1929 ਦੇ ਵਿੱਚ ਜਦੋਂ ਪੀਰੋ ਮ੍ਰਿਤੂ ਪਾਈ ਜੀ। ਜਿਹੜੀ ਪੀਰੋ ਸੀ ਵੇਸ਼ਾ, ਜਦੋਂ ਉਹ ਮਰ ਗਈ। ਦਾਸ ਗੁਲਾਬ ਮਾਸ 8 ਪਾਛੇ। ਤੇ ਗੁਲਾਬ ਦਾਸ ਵੀ 8 ਮਹੀਨੇ ਬਾਅਦ ਰਹਿ ਬਿਮਾਰ ਤਿਥਾਈ ਜੀ। ਉਸੇ ਜਗ੍ਹਾ ਹੀ ਬਿਮਾਰ ਰਹਿ ਕਰਕੇ ਭਾਦੋਂ ਸੁਦੀ ਦਵਾਦਸੀ ਕੋ। ਫਿਰ ਭਾਦਰੋਂ ਸੁਦੀ ਦਵਾਦਸੀ 12 ਨੂੰ ਸੰਮਤ 30 ਮਧੈ ਹੈ ਜੀ। ਸੰਮਤ 30 ਮਧੈ ਭਾਵ 1930 ਬਿਕਰਮੀ ਸੰਮਤ ਭਾਦਰੋਂ ਸੁਦੀ 12 ਨੂੰ। ਤਨ ਤਜ ਕਰ ਪਰਲੋਕ ਸਿਧਾਰਿਓ। ਇਹ ਗੁਲਾਬ ਦਾਸ ਵੀ ਆਪਣਾ ਸਰੀਰ ਛੱਡ ਕੇ ਪਰਲੋਕ ਚਲਿਆ ਗਿਆ। ਇਹੋ ਵਸੀਹਤ ਕਹਿ ਜੀ। ਆਪਣੇ ਮਰਨ ਤੋਂ ਪਿੱਛੋਂ ਫਿਰ ਇਹ ਵਸੀਅਤ ਕਰ ਗਿਆ, ਕਿਸੇ ਕੰਮ ਨੂੰ ਕਰਨ ਦੀ ਲਿਖਤ ਕਰ ਦੇਣੀ। ਵੀਚ ਕਬਰ ਪੀਰੋ ਕੀ ਮੁਝ ਕੋ। ਵਸੀਅਤ ਕੀ ਕੀਤੀ ਵੀ ਜਿੱਦੇ ਮੈਂ ਮਰਿਆ ਮੈਨੂੰ ਵੀ ਤੁਸੀਂ ਦੱਬਣਾ। ਦੇਖੋ ਭਾਵੇਂ ਗੁਲਾਬ ਦਾਸ ਇਹਦਾ ਸੰਸਕਾਰ ਹੋਣਾ ਚਾਹੀਦਾ ਸੀ, ਪਰ ਉਹ ਮੁਸਲਮਾਨਣੀ ਸੀ ਜਿਹੜੀ ਘਰ ਵਸਾ ਕੇ ਰੱਖੀ ਪੀਰੋ। ਉਹਦੀ ਕਬਰ ਬਣੀ। ਵਸੀਅਤ ਕਰ ਗਿਆ ਕਿ ਜਿੱਦੇ ਮੈਂ ਮਰਿਆ ਵੀਚ ਕਬਰ ਪੀਰੋ ਕੀ ਮੁਝ ਕੋ। ਜਿਹੜੀ ਪੀਰੋ ਹੈ ਉਹਦੀ ਕਬਰ ਦੇ ਵਿੱਚ ਹੀ ਮੈਨੂੰ ਵੀ ਦਫਨਾਇਓ ਤੁਮੇ ਆਛੇ ਜੀ। ਤੁਸੀਂ ਚੰਗੀ ਤਰ੍ਹਾਂ ਉਹਦੇ ਵਿੱਚ ਹੀ ਮੈਨੂੰ ਦੱਬ ਦੇਣਾ ਹੈ। ਸ਼ਰਾ ਤੁਰਕ ਹਿੰਦਨ ਕੀ ਕੋਈ ਵੀ ਮੁਸਲਮਾਨੀ ਤੇ ਕੋਈ ਹਿੰਦੂਆਂ ਦੀ ਸ਼ਰਾ ਮਰਜ਼ਾਦਾ ਕੋਈ ਵੀ ਕਰਿਓ ਨਾ ਹਮਾਰੀ ਪਾਛੇ ਜੀ। ਮੇਰੇ ਤੇ ਪਿੱਛੋਂ ਕੋਈ ਨਹੀਂ ਕਰਨੀ ਹੈ। ਸੋਈ ਬਚਨ ਮਾਨ ਚੇਲਿਓ ਨੇ। ਇਹੀ ਬਚਨ ਮੰਨ ਕੇ ਫਿਰ ਇਹਦੇ ਚੇਲਿਆਂ ਨੇ ਦਫਨਾਇਓ ਸੋ ਤੈ ਹੈ ਜੀ। ਉਹਦੇ ਵਿੱਚ ਹੀ ਇਹਨੂੰ ਦਫਨਾ ਦਿੱਤਾ। ਗੋਰ ਮਕਬਰਾ ਏਕ ਦੁਹੂ ਕਾ। ਇੱਕ ਮਕਬਰਾ ਕਬਰ ਦੇ ਉੱਤੇ, ਗੋਰ ਦੇ ਉੱਤੇ ਬਣਿਆ ਇਹਨਾਂ ਦੋਹਾਂ ਦਾ। ਬਣੀ ਸਮਾਧਤ ਹੈ ਜੀ। ਉੱਥੇ ਫਿਰ ਇਹਨਾਂ ਦੀ ਸਮਾਧ ਬਣੀ ਹੈ। ਆਛੀ ਪ੍ਰੀਤ ਨਿਭਾਹੀ ਸਾਛੀ। ਕਹਿੰਦੇ ਚੰਗੀ ਇਹਨਾਂ ਨੇ ਭਾਈ ਬਹੁਤ ਸੱਚੀ ਪ੍ਰੀਤੀ ਨਿਭਾਈ। ਲੋਕ ਦੋਹੂ ਕੋ ਕਹਿ ਹੈ ਜੀ। ਇਹ ਦੋਹਾਂ ਨੂੰ
ਇਹ ਦੁਨੀਆ ਕਹਿੰਦੀ। ਲੋਕ ਕਹਿੰਦੇ ਵੀ ਚੰਗੀ ਦੇਖੋ, ਇੱਕੋ ਹੀ ਕਬਰ 'ਚ ਸਮਾ ਗਏ। ਇਸ ਤਰ੍ਹਾਂ ਦੁਨੀਆ ਕਹਿਣ ਲੱਗੀ। ਚੇਲੇ ਮਾਥ ਝੁਕਾਤ ਤਾਹਾਂ, ਇਹਨਾਂ ਦੇ ਚੇਲੇ ਫਿਰ ਉਹ ਕਬਰ ਤੇ ਮੱਥੇ ਟੇਕਦੇ। ਤੇ ਫੂਲ ਪ੍ਰਸ਼ਾਦ ਚੜਾਇਆ ਹੈ ਜੀ, ਉੱਥੇ ਹੀ ਫੁੱਲ ਪ੍ਰਸ਼ਾਦ, ਫੁੱਲ ਪੱਤੀਆਂ ਪਤਾਸੇ ਚੜਾਉਂਦੇ ਹਨ। ਮੇਲਾ ਹੋਤ ਹੋਲੀਆਂ ਮੈਂ ਬੜ, ਹੋਲੀ ਦੇ ਸਮੇਂ ਫਿਰ ਵੱਡਾ ਮੇਲਾ ਲਾਉਂਦੇ ਹੈ। ਜੁਰ ਹੈ ਲੋਗ ਅਪਾਰ ਹੈ ਜੀ, ਬਹੁਤ ਦੁਨੀਆ ਜੁੜਦੀ ਹੈ। ਸੇਵਕ ਸਾਧ ਗੁਲਾਬ ਦਾਸ ਕੇ, ਜਿੰਨੇ ਵੀ ਸੇਵਕ ਸਾਧੂ ਹੈ ਗੁਲਾਬ ਦਾਸ ਦੇ, ਭੇਟਾ ਦੇਤ ਹਜ਼ਾਰ ਹੈ ਜੀ, ਹਜ਼ਾਰਾਂ ਦੀ ਉੱਥੇ ਭੇਟਾ ਦਿੰਦੇ ਆ। ਲੌਪੁਰ ਕਾਸੂਰੋਂ ਬਹੁ ਬੇਸ਼ਿਆ, ਲਾਹੌਰ ਤੋਂ ਆ ਕੇ, ਕਸੂਰ ਤੋਂ ਆ ਕੇ ਬਹੁਤ ਬੇਸ਼ਵਾਵਾਂ ਗਾਉਣ ਵਾਲੀਆਂ। ਮੁਜਰੇ ਜਾਏ ਦਿਖਾਇ ਹੈ ਜੀ, ਉੱਥੇ ਨਾਚ ਕਰਦੀਆਂ ਆ ਕੇ, ਜਿਵੇਂ ਹੁਣ ਕਈਆਂ ਕਬਰਾਂ ਤੇ ਗਾਉਣ ਵਜਾਉਣ ਲੱਗਦਾ ਨਾ, ਇਸ ਤਰ੍ਹਾਂ ਭਾਵ ਉੱਥੇ ਆਪਣੇ ਮੁਜਰੇ ਦਿਖਾਉਂਦੀਆਂ ਹਨ। ਉੱਡਤ ਗੁਲਾਲ ਵਿਸਾਲ ਖੁਸ਼ੀ ਜੁੱਤ, ਗੁਲਾਲ ਰੰਗ ਬਹੁ ਖੁਸ਼ੀ ਦੇ ਜੁੱਤ, ਇਹ ਉੱਥੇ ਉਡਾਇਆ ਜਾਂਦਾ। ਉੱਡਤ ਗੁਲਾਲ, ਗੁੱਲ ਲਾਲਾ ਦੇ ਰੰਗਾਂ ਦਾ ਸੰਘਾੜਾ, ਰੰਗੀਨ ਆਟਾ ਜਿਹਾ ਬਣਾ ਕੇ ਉਹ ਉਡਾਉਂਦੇ ਹੈ। 5 ਰੋਜ਼ ਰਹਿ ਹੈ ਜੀ, ਇਹ ਮੇਲਾ 5 ਦਿਨ ਗਿਆਨੀ ਜੀ ਕਹਿੰਦੇ ਰਹਿੰਦਾ ਹੈ। ਗੁਲਾਬ ਦਾਸ ਗਾਥ ਗੁਲਾਬ ਦਾਸੀਓ ਕੇਰੀ, ਇਹ ਹੈ ਭਾਈ ਕਥਾ ਗੁਲਾਬ ਦਾਸੀਆਂ ਦੀ। ਸੁਣੀ ਪਿਖੀ ਦਿੜ ਜੈਸੀ ਜੀ, ਮੈਂ ਜਿਹੋ ਜੀ ਗਿਆਨੀ ਜੀ ਕਹਿੰਦੇ ਸੁਣੀ ਹੈ, ਵੇਖੀ ਹੈ, ਉਸ ਤਰ੍ਹਾਂ ਪੱਕੀ ਜੋ ਵੀ ਸੀ। ਪੱਖਪਾਤ ਬਿਨ ਗਿਆਨ ਸਿੰਘ ਸਭ, ਤੋ ਕਹਿੰਦਾ ਮੈਂ ਕੋਈ ਪੱਖਪਾਤ ਨਹੀਂ ਕੀਤਾ, ਵੀ ਜਿਹੋ ਜਿਹਾ ਸੀ ਉਵੇਂ ਉਵੇਂ ਮੈਂ ਲਿਖ ਦਿੱਤਾ, ਬਿਨਾਂ ਪੱਖਪਾਤ ਤੋਂ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਮੈਂ ਸਾਰੀ ਕਥੀ ਜਥਾਰਥ ਤੈਸੀ ਜੀ, ਉਹ ਭਾਈ ਜਥਾਰਥ ਸੱਚੀ ਜੋ ਸੀ ਮੈਂ ਉਹ ਕਥਨ ਕਰ ਦਿੱਤੀ ਹੈ। ਦੋਹਰਾ ਗਾਥਾ ਹੀਰੇ ਦਾਸੀਏ, ਸੰਤਨ ਕੀ ਸੁਣ ਲੇ ਹੋ। ਹੁਣ ਅੱਗੇ ਹੈ ਇੱਕ ਸੰਪਰਦਾਸੀ ਹੀਰੇ ਦਾਸੀਆਂ ਦੀ, ਉਹ ਗਾਥਾ, ਉਹ ਕਥਾ ਹੀਰੇ ਦਾਸੀਆਂ ਦੀ, ਉਹਦੇ ਸੰਤਾਂ ਦੀ ਭਾਈ, ਉਹ ਸਾਰੀ ਸੁਣ ਲਵੋ। ਭਏ ਜੈਸ ਅਬ ਹੈ ਭਲੇ, ਤੈਸੇ ਹੀ ਕਹਿ ਦੇ ਹੋ। ਇਹ ਕਿਵੇਂ ਹੋਏ ਹੀਰੇ ਦੱਸਗੇ, ਹੁਣ ਕਿਸ ਤਰ੍ਹਾਂ ਦੇ ਨੇ? ਕਹਿੰਦੇ ਭਾਈ ਉਸੇ ਤਰ੍ਹਾਂ ਮੈਂ ਤੁਹਾਨੂੰ ਇਹ ਦੱਸ ਦਿੰਦਾ ਹਾਂ। ਗਾਥਾ ਹੀਰੇ ਦਾਸੀਏ, ਸੰਤਨ ਕੀ ਸੁਣ ਔਰ। ਇਹ ਹੁਣ ਹੀਰੇ ਦਾਸੀਆਂ ਦੀ, ਸੰਤਾਂ ਦੀ ਹੋਰ ਕਥਾ ਸੁਣੋ। ਸੁਰ ਸਿੰਘ ਪਿੰਡ ਮਾਝੇ ਬਸੇ, ਅਬਦੁਲ ਮੋਚੀ ਗੌਰ। ਕਹਿੰਦੇ ਭਾਈ ਇੱਕ ਸੁਰ ਸਿੰਘ ਵਾਲਾ ਪਿੰਡ ਹੈ ਮਾਝੇ ਦੇ ਵਿੱਚ, ਤੇ ਇਹ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਬਾਬਾ ਜੀ ਦਾ ਨਗਰ ਹੈ ਸੁਰ ਸਿੰਘ। ਤੇ ਇਹ ਸੁਰ ਸਿੰਘ ਪਿੰਡ ਦੇ ਵਿੱਚ ਮਾਝੇ ਵਿੱਚ ਇੱਕ ਮੋਚੀ ਰਹਿੰਦਾ ਸੀ ਅਬਦੁਲ ਨਾਂ ਦਾ, ਉਸ ਦੇ ਉੱਥੋਂ ਇਹ ਚੱਲਿਆ ਹੈ। ਸ਼ਰਨ ਦਾਸ ਸਾਧੂ ਤਹਾਂ ਰਹਿਤ ਉਦਾਸੀ ਏਕ। ਇੱਕ ਉੱਥੇ ਸ਼ਰਨ ਦਾਸ ਉਦਾਸੀ ਸਾਧੂ ਰਹਿੰਦਾ ਸੀ। ਅਬਦੁਲ ਕਾ ਸੁਤ ਤਾਹੇ ਪੈ, ਪੜਿਓ ਗੁਰਮੁਖੀ ਨੇਕ। ਇਹ ਅਬਦੁਲ ਮੋਚੀ ਦਾ ਪੁੱਤਰ ਉਹ ਸ਼ਰਨ ਦਾਸ ਸਾਧੂ ਦੇ ਕੋਲੇ, ਉਦਾਸੀ ਸਾਧੂ ਕੋਲੇ ਗੁਰਮੁਖੀ ਪੜਿਆ ਚੰਗੀ। ਸਾ ਚੇਲਾ ਉਸ ਕਾ ਭਇਓ ਹਰੀਦਾਸ ਪ੍ਰਸਿੱਧ। ਇਉਂ ਸ਼ਰਨ ਦਾਸ ਸਾਧੂ ਦਾ ਫਿਰ ਇਹ ਚੇਲਾ ਬਣ ਗਿਆ ਅਬਦੁਲ ਮੋਚੀ ਦਾ ਪੁੱਤਰ। ਤੇ ਉਹਦਾ ਨਾਂ ਫਿਰ ਉਹਨੇ, ਭਾਵੇਂ ਕਿ ਮੁਸਲਮਾਨ ਸੀ, ਪਰ ਉਹ ਸ਼ਰਨ ਦਾਸ ਉਦਾਸੀ ਸਾਧੂ ਨੇ ਉਹਦਾ ਨਾਂ ਹੀਰਾ ਦਾਸ ਰੱਖ ਦਿੱਤਾ। ਭਇਓ ਚਤਰ ਪਰ ਗਲਬ, ਸੋ ਬਣੀ ਆਏ ਇਹ ਬਿੱਦ।
ਕਹਿੰਦੇ ਭਾਈ ਬਹੁਤ ਚਤਰ ਚਲਾਕ ਸੀ ਤੇ ਇਸ ਤਰ੍ਹਾਂ ਉਹਦੀ ਫਿਰ ਇਹ ਵਿਧੀ ਬਣ ਗਈ। ਇਹ ਸਾਰੀ ਜਿਵੇਂ ਗੱਲ ਚੱਲੀ ਹੈ। ਕਬਿਤ ਦੇਸ ਮਾਝੇ ਮਾਹੇ ਏਕ ਸੁਰ ਸਿੰਘ ਪਿੰਡ ਆਹੇ। ਮਾਝੇ ਦੇਸ਼ ਦੇ ਵਿੱਚ ਇੱਕ ਭਾਈ ਸੁਰ ਸਿੰਘ ਪਿੰਡ ਹੈ। ਅਬਦੁੱਲਾ ਮੋਚੀ ਤਾਹੇ ਠੌਰ ਥਾਰ ਹਾਵਤੈ। ਉੱਥੇ ਅਬਦੁੱਲਾ ਨਾਂ ਦਾ ਇੱਕ ਮੋਚੀ ਰਹਿੰਦਾ ਸੀ। ਸੰਮਤ 67 ਮੈਂ ਭਇਓ ਤਾਂ ਕੇ ਪੂਤ ਏਕ। ਇਹ ਸੰਮਤ 1867 ਬਿਕਰਮੀ ਸੰਮਤ ਦੀ ਗੱਲ ਹੈ। ਉਸ ਸਮੇਂ ਦੀ ਗੱਲ ਹੈ ਇਹ ਕਿ ਲਗਭਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ ਜੋ ਸਮਾਉਣ ਤੋਂ 102 ਸਾਲ ਬਾਅਦ, ਇਹ 1867 ਦੀ ਗੱਲ ਹੈ। ਸੰਮਤ 67 ਮੈਂ ਭਇਓ ਤਾਂ ਕੇ ਪੂਤ ਏਕ। ਅਬਦੁੱਲੇ ਮੋਚੀ ਦੇ ਇੱਕ ਪੁੱਤਰ ਪੈਦਾ ਹੋਇਆ 1867 ਵਿੱਚ। ਬਾਲਪਨ ਹੀ ਤੈ ਨੇਕ ਚਲਨ ਸੁਹਾਵਤੈ। ਤੇ ਬਾਲਪਨ ਬਚਪਨ ਤੋਂ ਹੀ ਇਹ ਬਹੁਤ ਸ਼ੁਭ ਚਾਲ, ਨੇਕ ਚਾਲ ਚੱਲਣ ਵਾਲਾ ਤੇ ਸੋਹਣਾ ਸੁਨੱਖਾ ਸੀ। ਸਾਧ ਥਾ ਉਦਾਸੀ ਸਰਨ ਦਾਸ ਖਾਸ ਤਹਿ ਵਾਸੀ। ਇਹ ਸੁਰ ਸਿੰਘ ਦਾ ਹੀ ਇੱਕ ਸਾਧੂ ਰਹਿੰਦਾ ਸੀ। ਸਾਧ ਸਾ ਉਦਾਸੀ ਸਾਧੂ ਸ਼ਰਨ ਦਾਸ, ਇਹ ਵੀ ਭਾਈ ਇੱਥੋਂ ਦਾ ਵਸਨੀਕ ਸੀ। ਤਾਤੈ ਸੁਖ ਰਾਸੀ ਪੜ੍ਹੀ ਵਿਦਿਆ ਜਥਾਵਤੈ। ਇਹਦੇ ਕੋਲੋਂ ਸੁੱਖਾਂ ਦੀ ਰਾਸ ਗੁਰਮੁਖੀ ਵਿਦਿਆ ਇਹਨੇ, ਹੋਰ ਵਿਦਵਤਾ ਜਿਹੜੀ ਹੈ ਜੋ ਮੁਨਾਸਬ ਰੀਤੀ ਸੀ ਉਹਦੇ ਨਾਲ ਪੜ੍ਹੀ। ਚੇਲਾ ਹੋਏ ਤਾਹੇ ਕੋ ਹੈ ਹੀਰਾ ਦਾਸ ਨਾਮ ਸੋ ਹੈ। ਇਹਦਾ ਫਿਰ ਸਰਨਦਾਸ ਦਾ ਚੇਲਾ ਬਣ ਗਿਆ, ਅਬਦੁੱਲੇ ਮੋਚੀ ਦਾ ਪੁੱਤਰ, ਤੇ ਉਹਨੇ ਇਹਦਾ ਨਾਂ ਹੀਰਾ ਦਾਸ ਰੱਖ ਦਿੱਤਾ। ਬਿਦ ਤਾਇਓ ਦੇਸ਼ ਮੋਹ ਹੈ ਭਜਨ ਪ੍ਰਭਾਵਤੈ। ਇਹ ਭਾਈ ਆਪਣੇ ਇਲਾਕੇ ਵਿੱਚ ਭਜਨ ਪ੍ਰਤਾਪ ਕਰਕੇ ਬਹੁਤ ਮਸ਼ਹੂਰ ਹੋਇਆ। ਕਾਇਮ ਲਾਹੌਰ ਤਬ ਹੁਤੋ ਰਾਜ ਸਿੰਘੀ ਜਬ। ਉਸ ਸਮੇਂ ਜਦੋਂ ਲਾਹੌਰ ਦੇ ਉੱਤੇ ਸਿੰਘਾਂ ਦਾ ਰਾਜ ਕਾਇਮ ਸੀ। ਸਤ ਸੰਗੀ ਸਿੰਘ ਸਭ ਹੁਤੇ ਸੰਤ ਸੇਵੀ ਹੈ। ਜਿਹੜੇ ਸਿੰਘ ਸਨ ਉਹ ਸਤਸੰਗੀ ਹੁੰਦੇ ਸੀ, ਸਾਰੇ ਸੰਤ ਸੇਵੀ ਹੁੰਦੇ ਸਨ। ਫੌਜੈ ਮਦ ਮੌਜੈ ਜੁਤ ਰਹਿਤ ਆਨੰਦ ਸੰਤ। ਫੌਜਾਂ ਦੇ ਵਿੱਚ ਆਨੰਦ ਦੇ ਨਾਲ ਇਹ ਭਾਈ ਜਿਹੜੇ ਸਨ ਗੁਰਮੁਖ ਸੰਤ ਉਦੋਂ ਰਹਿੰਦੇ ਹੁੰਦੇ ਸੀ। ਫੌਜ ਦੇ ਵਿੱਚ ਵੀ ਲਾਹੌਰ ਮਹਾਰਾਜੇ ਰਣਜੀਤ ਸਿੰਘ ਦੀ ਫੌਜ 'ਚ ਸਾਧੂ ਸੰਤ ਆਮ ਕਥਾ ਸੁਣਾਉਂਦੇ ਹੁੰਦੇ ਸੀ ਆ ਕੇ। ਹੀਰਾ ਦਾ ਸੌਜੈ ਸਭ ਦੇਤੇ ਸਿੱਖ ਭਗਤ ਘਰੇ ਵੀ ਹੈ। ਤੇ ਸਾਰੀ ਸਮੱਗਰੀ ਸਮਾਨ ਉਹ ਸਾਰਾ ਦਿੰਦੇ ਜਿੰਨੇ ਗੁਰਸਿੱਖ ਹੁੰਦੇ ਸੀ, ਭਗਤੀ ਸੇਵਾ ਕਰਦੇ ਹੁੰਦੇ ਸੀ ਗੁਰਮੁਖਾਂ ਦੀ। ਹੀਰਾ ਦਾਸ ਜੀ ਵੀ ਤੈ ਹੈ ਰਹਿ ਸਤ ਸੰਗਤ ਹੈ। ਤੇ ਹੀਰਾ ਦਾਸ ਵੀ ਇਹ ਸਾਧੂ ਫਿਰ ਉੱਥੇ ਰਹਿ ਕੇ ਸਾਸੰਗ ਕਰਦਾ ਹੈ। ਬਿਰਤ ਵਿਵੇਕ ਦਾ ਹੈ ਗਿਆਨ ਸਿੱਖੈ ਇਹ ਵੀ ਹੈ। ਬਿਰਤੀ ਵਿੱਚ ਵਿਚਾਰ ਦੇਣੀ ਤੇ ਸ਼ੁਭ ਵਿਵੇਕ ਗਿਆਨ, ਇਸ ਤਰ੍ਹਾਂ ਸਿੰਘ ਤੋਂ ਗਿਆਨ ਉਪਦੇਸ਼ ਸਿੱਖਦੇ ਸਨ। ਥੀਏ ਸਤ ਸੰਗੀ ਭਾਰੇ ਸਿੱਖ ਯਾਹੇ ਕੇ ਅਪਾਰੇ। ਇਉਂ ਗੁਰਸਿੱਖ ਦੇ ਬਹੁਤ ਜ਼ਿਆਦੇ ਸਤਸੰਗੀ ਬਣ ਗਏ। ਔਰ ਦੇਸ਼ ਹੂੰ ਮਝਾਰੇ ਭਈ ਲੇਵਾ ਦੇਵੀ ਹੈ। ਹੋਰ ਦੇਸ਼ਾਂ ਵਿੱਚ ਵੀ ਫਿਰ ਇਹਦਾ ਲੈਣ ਦੇਣ ਹੋ ਗਿਆ। ਗੰਢੀ ਪਿੰਡ ਪਾਇਓ ਡੇਰਾ ਹੀਰਾ ਦਾਸ ਨੇ ਬਡੇਰਾ। ਇੱਕ ਗੰਢੀ ਪਿੰਡ ਹੈ, ਉੱਥੇ ਹੀਰਾ ਦਾਸ ਨੇ ਫਿਰ ਇੱਕ ਵੱਡਾ ਡੇਰਾ ਪਾ ਲਿਆ। ਸਰਦਾਰ ਤਹਾਂ ਕੀਰਾ ਸੇਵਾ ਬਹੁ ਕਰ ਹੈ। ਉਥੋਂ ਦਾ ਨਗਰ ਦਾ ਮੁਖੀ ਸਰਦਾਰ ਇਹਦੀ ਬਹੁਤ ਸੇਵਾ ਕਰਦਾ ਸੀ। ਕਥਾ ਕੀਰਤਨ ਕੋ ਹੈ ਪ੍ਰਚਾਰ ਰੱਖੈ ਸੋ ਹੈ।
ਉਹ ਇੱਥੇ ਵੀਰੇ ਕਥਾ ਕੀਰਤਨ ਦਾ ਪ੍ਰਚਾਰ ਦਾ ਹਰ ਸਮੇਂ ਪ੍ਰਬੰਧ ਇਹ ਰੱਖਦਾ ਸੀ। ਕਥਾ ਕੀਰਤਨ ਕਰਨੀ, ਪ੍ਰਚਾਰ ਕਰਨਾ। ਲੰਗਰ ਚਲਾ ਹੈ ਜੋ ਹੈ ਭਲੀ ਭਾਂਤ ਵਰ ਹੈ, ਤੇ ਲੰਗਰ ਚਲਾਉਂਦਾ ਜੋ ਵੀ ਭਾਈ ਭਲੀ ਪ੍ਰਕਾਰ ਸ਼ੁਭ ਸ੍ਰੇਸ਼ਟ ਚੰਗੀ ਤਰ੍ਹਾਂ ਆਪ ਨਾ ਨਜੀਕ ਆਵੇ ਸਿੰਘਨ ਤੈ ਕਰਵਾਵੇ। ਆਪ ਨਹੀਂ ਸੀ ਨੇੜੇ ਆਉਂਦਾ, ਸਾਰਾ ਕਾਰਜ ਸਿੰਘਾਂ ਤੋਂ ਕਰਵਾਉਂਦਾ ਹੁੰਦਾ ਸੀ। ਸੁਚਤਾਈ ਰਖਵਾਵੇ ਪਾਵੇ ਲੋਗ ਤਰ ਹੈ। ਤੇ ਲੰਗਰ ਵਿੱਚ ਹੀਰਾ ਦਾਸ ਪਵਿੱਤਰਤਾ ਬਹੁਤ ਰੱਖਦਾ ਹੁੰਦਾ ਸੀ। ਬਹੁਤ ਲੋਕ ਆ ਕਰਕੇ ਲੰਗਰ ਛਕਦੇ ਸਨ। ਵਿਦਿਆ ਵਿਦਾਂਤ ਗੁਰਬਾਣੀ ਕੋ ਸਿਧਾਂਤ, ਵਿਦਾਂਤ ਦੀ ਵਿਦਿਆ ਇਹ ਪੜਾਉਂਦਾ ਸੀ। ਫਿਰ ਗੁਰਬਾਣੀ ਦਾ ਸਿਧਾਂਤ, ਮੁੱਖ ਜੋ ਭਾਵ ਗੁਰਬਾਣੀ ਦਾ ਅਰਥ ਭਾਵ ਸਿਧਾਂਤ ਕੀ ਹੈ। ਨਿਤ ਅਦਕ ਪੜਾਵੇ ਬਖਿਆਤ ਮੋਦ ਭਰ ਹੈ। ਉਹ ਹਮੇਸ਼ਾ ਭਾਈ ਇਹ ਬਹੁਤ ਪੜਾਉਂਦਾ ਸੀ ਹੀਰਾ ਦਾਸ, ਬੜੇ ਪ੍ਰਤੱਖ ਆਨੰਦ ਭਰ ਕੇ। ਥੀਓ ਜਬ ਜੰਗ ਫੇਰ ਸਤਲੁਜ ਕੇਰ ਢੇਰ। ਜਦੋਂ ਫਿਰ ਸਤਲੁਜ ਦੇ ਕੋਲੇ ਜੰਗ ਹੋਇਆ, ਜਿਹੜਾ ਅੰਗਰੇਜ਼ਾਂ ਨਾਲ ਜੰਗ ਹੋਈ ਸੀ, ਸਿੱਖ ਤਬ ਰੱਖ ਗਏ ਤਾਹੇ ਭੈ ਇਮਾਨ ਤੈ। ਤਾਂ ਬਹੁਤ ਸਿੱਖ ਇਹਦੇ ਕੋਲੇ ਵੀ ਜਿਵੇਂ ਗੁਲਾਬ ਦਾਸ ਕੋਲੇ ਮਾਨਤਾ ਰੱਖ ਗਏ ਸੀ, ਹੀਰਾ ਦਾਸ ਦੇ ਡੇਰੇ ਵਿੱਚ ਆਪਣੀ ਇਮਾਨਤ ਰੱਖ ਗਏ। ਕੋਈ ਕਿਸੇ ਨੇ ਪੈਸਾ ਧੇਲਾ ਜੋ ਸੀ ਇਹਦੇ ਕੋਲੇ ਇਮਾਨਤਾਂ ਰੱਖ ਗਏ। ਅਦ ਕੈ ਸ਼ਹੀਦ ਤੈ ਥਏ ਗਏ ਭਾਗ ਕਹਿ। ਪਰ ਬਹੁਤੇ ਸਿੰਘ ਉੱਥੇ ਸ਼ਹੀਦ ਹੋ ਗਏ ਜੰਗ ਵਿੱਚ, ਤੇ ਬਹੁਤੇ ਭਾਈ ਕੋਈ ਇੱਧਰ ਉੱਧਰ ਨੂੰ ਭੱਜ ਗਏ। ਭਏ ਸਾਧ ਕੇਤ ਕਹਿ ਜਾਹੀ ਪਾਸ ਆਨ ਤੈ। ਤੇ ਬਹੁਤ ਕਈ ਇੱਥੇ ਦੇ ਕੋਲੇ ਆ ਗਏ ਤੇ ਆ ਕੇ ਫਿਰ ਸਾਧੂ ਬਣ ਗਏ ਹੀਰਾ ਦਾਸ ਕੋਲੇ। ਦੌਲਤ ਰਹਾਈ ਵਾਹੇ ਅਧਿਕਾਈ ਪਾਸ ਤਾਹੇ। ਜਿਹੜੀ ਧਨ ਦੌਲਤ ਸੀ ਉਹ ਬਹੁਤੀ ਇਹਦੇ ਕੋਲ ਹੀਰਾ ਦਾਸ ਦੇ ਕੋਲ ਹੀ ਰਹਿ ਗਈ ਉਹਨਾਂ ਦੀ। ਔਰ ਹੂੰ ਵਢਾਈ ਜਾਹੇ ਬਣਜ ਸਮਾਨ ਤੈ। ਫਿਰ ਇਹਨੇ ਜਿਵੇਂ ਵਪਾਰੀ ਭਾਈ ਧਨ ਵਧਾ ਲੈਂਦੇ ਆ, ਹੀਰਾ ਦਾਸ ਨੇ ਉਹ ਧਨ ਦੇ ਨਾਲ ਕੁਝ ਇਹੋ ਜਿਹੇ ਕੰਮ ਕੀਤੇ ਵੀ ਹੋਰ ਬਹੁਤ ਵਧਾ ਲਈ। ਬਾਗ ਲਗਵਾਇਓ ਜ਼ਿਮੀਂਦਾਰਾ ਹੈ ਵਢਾਇਓ ਜਾਤੈ। ਇਹਨੇ ਫਿਰ ਬਾਗ ਲਗਵਾਇਆ ਤੇ ਆਪਣਾ ਜ਼ਿਮੀਂਦਾਰਾ ਵਧਾ ਲਿਆ, ਜਾਇਦਾਦ ਹੋਰ ਖਰੀਦ ਕੇ। ਅਦ ਕੈ ਅਰੂਜ ਪਾਇਓ ਸੇਵ ਕੀ ਸਿਆਨ ਤੈ। ਇਉਂ ਬਹੁਤ ਇਹਨੇ ਅਰੂਜ ਤਰੱਕੀ ਪਾ ਲਈ, ਚੰਗੇ ਸੇਵਕਾਂ ਦੀ ਜਾਣ ਪਛਾਣ ਕਰਕੇ। ਆਰਿਓ ਅਚਾਰਿਓ ਕੀ ਰੀਤ ਪ੍ਰਤੀਤ ਰਾਖੀ। ਫਿਰ ਇਹਨੇ ਆਰੀਆ ਅਚਾਰੀਆ, ਆਰਿਓ ਅਚਾਰਿਓ ਕੀ ਰੀਤ ਭਾਵ ਜਿਹੜੇ ਸ਼ੁਭ ਸ੍ਰੇਸ਼ਟ ਧਾਰਮਿਕ ਆਗੂ ਹੁੰਦੇ ਹਨ ਉਹਨਾਂ ਵਰਗੀਓ ਸ਼ੁਭ ਮਰਜ਼ਾਦਾ ਰੱਖੀ, ਪ੍ਰਤੀਤ ਰਾਖੀ, ਭਰੋਸਾ ਰੱਖਿਆ। ਤਾਹੇ ਵਿਪਰੀਤ ਕਵੀ ਕੋ ਕਾਮ ਨਾ ਕਯੋ। ਇਉਂ ਜਿਹੜੇ ਭਾਈ ਸ਼ੁਭ ਧਾਰਮਿਕ ਆਗੂ ਸੀ ਉਹਨਾਂ ਦੇ ਉਲਟੇ ਨੇ ਕੋਈ ਕੰਮ ਨਾ ਕੀਤਾ। ਨਿਜ ਨੇਕ ਕਰਨੀ ਰਸਾਈ ਤੈ ਵਡਿਆਈ ਪਾਈ। ਆਪਣੀ ਸ਼ੁਭ ਕਰਨੀ ਦੀ ਰਸਾਨੇ ਨਾਲ, ਰਸਨਾ ਨਾਲ, ਪਹੁੰਚ ਨਾਲ ਹੀਰਾ ਦਾਸ ਨੇ ਚੰਗੀ ਵਡਿਆਈ ਪਾਈ। ਸੇਵਕ ਥਵਾਈ ਖਲਕਤ ਸੁਖ ਹੈ ਪਇਓ। ਇਉਂ ਸੇਵਕ ਹੋ ਗਈ ਖਲਕਤ ਭਾਵ ਦੁਨੀਆ, ਇਹਦੇ ਬਹੁਤ ਸੇਵਕ ਬਣ ਗਏ ਹੀਰਾ ਦਾਸ ਦੇ। ਚੇਲੇ ਜੋ ਥਏ ਹੀਰਾ ਦਾਸੀਏ ਸੋ ਬਿਦ ਤਏ। ਫਿਰ ਜਿਹੜੇ ਚੇਲੇ ਹੋਏ ਨਾ ਉਹ ਗੁਰਮੁਖੋ ਉਹਨਾਂ ਨੂੰ ਹੀਰਾ ਦਾਸੀਏ ਕਹਿਣਾ ਸ਼ੁਰੂ ਕਰ ਦਿੱਤਾ। ਰੀਤ ਮਰਿਆਦ ਲਏ ਭੇ ਭਇਓ ਭੇਖ ਜੇ ਨਇਓ। ਇਉਂ ਇਹ ਰੀਤੀ ਮਰਜ਼ਾਦਾ ਲੈ ਕੇ ਫਿਰ ਹੀਰਾ ਦਾਸੀਆਂ ਦਾ ਵੀ ਇੱਕ ਨਵਾਂ ਭੇਖ ਪੈਦਾ ਹੋ ਗਿਆ। ਮਾਸ ਤੈ ਸ਼ਰਾਬ ਨਾ ਤਮਾਕੂ ਹੁੱਕਾ ਛੂ ਹੈ ਕਭੀ। ਇਹ ਨਾ ਤਾਂ ਮਾਸ, ਸ਼ਰਾਬ, ਨਾ ਤਮਾਕੂ, ਹੁੱਕਾ
ਇਹ ਕਦੇ ਵੀ ਛੂੰਦੇ ਨਹੀਂ ਸਨ। ਸ਼ੁਕਲ ਕਖਾਏ ਵੇਸ ਉਜਲ ਰੱਖੈ ਵਯੋ, ਤੇ ਚਿੱਟਾ ਤੇ ਭਗਮਾ ਸਾਫ ਸੁਥਰਾ ਇਹ ਲਿਬਾਸ ਰੱਖਦੇ ਸੀ। ਇਹਨਾਂ ਨੇ ਇਸ ਤਰ੍ਹਾਂ ਜਿਹੜਾ ਹੈ ਹੀਰਾ ਦਾਸੀਆਂ ਨੇ ਇਹ ਭਾਈ ਕਾਰਜ ਕਰਨੇ ਸ਼ੁਰੂ ਕੀਤੇ। ਦੋਹਰਾ ਐ ਪਰ ਹੀਰਾ ਦਾਸੀਏ ਦੁਬਦਾਰੀ ਤਰਖਾਤ। ਗਿਆਨੀ ਜੀ ਕਹਿੰਦੇ ਪਰ ਜਿਹੜੇ ਹੀਰਾ ਦਾਸੀਏ ਸੀ ਨਾ, ਇਹ ਦੁਬਦਾ ਰੀਤੀ, ਦੋ ਤਰ੍ਹਾਂ ਦੀ ਰੀਤੀ ਰੱਖਦੇ ਸੀ। ਅੱਡਣ ਸ਼ਾਹੀਓ ਕੀ ਤਰ੍ਹਾਂ ਮੋਨੇ ਸਿੰਘ ਰਹਾਤ। ਜਿਵੇਂ ਅੱਡਣ ਸ਼ਾਹੀਆਂ ਚ ਵੀ ਦੋ ਸੀ, ਮੋਨੇ ਵੀ ਤੇ ਕੇਸਾਧਾਰੀ ਸਿੰਘ ਵੀ। ਇਹ ਇਸ ਤਰ੍ਹਾਂ ਦੋਨੇ ਹੀ ਆਪਣੇ ਆਪ ਨੂੰ ਹੀਰਾ ਦਾਸੀਏ ਜਿਹੜੇ ਹੈ ਉਹ ਕਹਿੰਦੇ ਸਨ। ਚੌਪਈ ਕਾਇਮ ਥਾ ਲਾਹੌਰ ਕਾ ਘਰ ਤਬ। ਉਦੋਂ ਭਾਈ ਲਾਹੌਰ ਦਾ ਘਰ ਕਾਇਮ ਸੀ। ਫੌਜ ਸਿੱਖਣ ਕੀ ਸਤ ਸੰਗੀ ਸਭ। ਜਿਹੜੀ ਫੌਜ ਸੀ ਸਿੱਖਾਂ ਦੀ ਉਹ ਸਾਰੀ ਸਤ ਸੰਗੀ ਸੀ। ਰਹਿਤੇ ਸਾਧੂ ਅਨਕ ਫੌਜ ਮੈਂ। ਮਹਾਰਾਜੇ ਦੀ ਫੌਜ ਵਿੱਚ ਬਹੁਤ ਸਾਧੂ ਰਹਿੰਦੇ ਹੁੰਦੇ ਸਨ। ਸਤ ਸੰਗ ਹੋਤਾ ਰਹਿਤ ਮੌਜ ਮੈਂ। ਬੜੇ ਆਨੰਦ ਨਾਲ ਸਤਸੰਗ ਹੁੰਦਾ ਸੀ। ਹੀਰਾ ਦਾਸ ਰਹਿਓ ਤਹਿ ਜਾਈ। ਹੀਰਾ ਦਾਸ ਵੀ ਉੱਥੇ ਰਿਹਾ ਜਾ ਕੇ। ਸਤ ਸੰਗ ਕੀ ਚਰਚਾ ਬਹੁ ਥਾਈ। ਬਹੁਤ ਸਤਸੰਗ ਚਰਚਾ ਹੋਈ। ਸੇਵਕ ਇਸਕੇ ਭੀ ਬਹੁ ਭਏ। ਹੀਰਾ ਦਾਸ ਦੇ ਬਹੁਤ ਸੇਵਕ ਹੋ ਗਏ। ਬਸਤਰ ਅਧਿਕ ਰੁਪਈਏ ਦਏ। ਉਹਨਾਂ ਨੇ ਬੜੇ ਰੁਪਈਏ ਵੀ ਤੇ ਬਸਤਰ ਵੀ ਇਹਨੂੰ ਦਿੱਤੇ। ਭਇਓ ਧਨੀ ਵਿਵਹਾਰ ਚਲਾਇਓ। ਇਹ ਵੱਡਾ ਧਨੀ ਬਣ ਗਿਆ, ਚੰਗਾ ਵਿਹਾਰ ਕਾਰਜ ਨੇ ਚਲਾ ਲਿਆ। ਗੰਢੀ ਵਿੰਡ ਡੇਰਾ ਵੱਡ ਪਾਇਓ। ਗੰਢੀ ਵਿੰਡ ਪਿੰਡ ਦੇ ਵਿੱਚ ਵੱਡਾ ਡੇਰਾ ਬਣਾ ਲਿਆ। ਲਈ ਜ਼ਮੀਨ ਬਾਗ ਲਗਵਾਇਓ। ਜ਼ਮੀਨ ਲੈ ਕੇ ਉੱਥੇ ਬਾਗ ਲਾ ਲਿਆ। ਭਇਓ ਮਨੀਕ ਮਹੰਤ ਸਦਾਇਓ। ਚੰਗਾ ਲੋਕਾਂ ਦਾ ਮੰਨਣ ਵਾਲਾ ਹੋ ਕੇ ਮਹੰਤ ਸਦਾਇਆ। ਜਬ ਸਤਲੁਜ ਤਟ ਲੱਗੀ ਲੜਾਈ। ਜਦੋਂ ਸਤਲੁਜ ਦੇ ਕਿਨਾਰੇ ਜੰਗ ਹੋਈ। 1900 ਪਰ 3 ਤਦਾਈ। 1903 ਬਿਕਰਮੀ ਸੰਮਤ ਵਿੱਚ ਜੰਗ ਵਿੱਚ ਜੋ ਜਾਬਤ ਭਏ। ਜਿਹੜੇ ਫੌਜੀ ਜੰਗ ਦੇ ਵਿੱਚ ਗਏ ਸਨ, ਸਿੱਖ ਅਮਾਨਤ ਧਨ ਰੱਖ ਗਏ। ਕਿਉਂ ਸਿੱਖ ਫੌਜੀ ਇਹਦੇ ਕੋਲੇ ਆਪਣਾ ਧਨ ਅਮਾਨਤ ਰੂਪ ਵਿੱਚ ਰੱਖ ਗਏ। ਬਹੁਤ ਮਰੇ ਥੋੜੇ ਮੁੜ ਆਏ। ਉਹਨਾਂ ਚੋਂ ਬਹੁਤੇ ਸ਼ਹੀਦ ਹੋ ਗਏ ਤੇ ਥੋੜੇ ਹੀ ਵਾਪਸ ਆਏ। ਸੋ ਭੀ ਤਜ ਧਨ ਸਾਧੂ ਥਾਏ। ਉਹਨਾਂ ਨੂੰ ਬਰਾਗ ਹੋ ਗਿਆ ਤੇ ਉਹ ਫਿਰ ਧਨ ਵਗੈਰਾ ਛੱਡ ਕੇ ਸਾਧੂ ਬਣ ਗਏ। 20 ਬਨੇ ਏਸ ਕੇ ਚੇਲੇ। 20 ਜਿਹੜੇ ਸਨ ਸਿੱਖੇ ਦੇ ਚੇਲੇ ਬਣ ਗਏ। ਗਿਆਨ ਵਿਰਾਗ ਵਿੱਚ ਸੋ ਖੇਲੇ। ਜਿਹੜੇ ਫਿਰ ਗਿਆਨ ਤੇ ਵਿਰਾਗ ਵਿੱਚ ਖੇਡਣ ਲੱਗੇ। ਹੀਰਾ ਦਾਸ ਨੇ ਉਸ ਧਨ ਸਾਥ। ਹੀਰਾ ਦਾਸ ਨੇ ਫਿਰ ਉਹ ਜਿਹੜਾ ਧਨ ਮਿਲਿਆ ਸੀ ਉਹਦੇ ਨਾਲ ਬਣਨ ਚਲਾਇਓ ਰੰਗੇ ਹਾਥ। ਚੰਗਾ ਵਪਾਰ ਚਲਾਇਆ ਤੇ ਸੋਹਣੇ ਹੱਥ ਰੰਗੇ। ਲੰਗਰ ਹਿੰਦੂ ਸਾਧੂ ਕਰੈ। ਜਿਹੜਾ ਲੰਗਰ ਸੀ ਉਹ ਹਿੰਦੂ ਸਾਧੂ ਕਰਦੇ ਸਨ। ਆਪ ਜੁਦਾ ਰਹੇ ਦ੍ਰਿਸ਼ਟਾ ਵਰੈ। ਤੇ ਆਪ ਪਾਸੇ ਰਹਿੰਦਾ ਸੀ, ਨਿਗਾਹਸਾਨੀ ਕਰਦਾ ਸੀ। ਜੇ ਤੱਕ ਚੇਲੇ ਇਸਕੇ ਥਾਏ। ਜੋ ਵੀ ਫਿਰ ਇਹਦੇ ਚੇਲੇ ਬਣੇ ਹੀਰਾ ਦਾਸ ਦੇ। ਹੀਰਾ ਦਾਸੀਏ ਸੋ ਬਿਦਤਾਏ। ਉਹ ਫਿਰ ਹੀਰਾ ਦਾਸੀਏ ਮਸ਼ਹੂਰ ਹੋਏ। ਸਿੰਘ ਨਾਮ ਪਹਿਲਿਓਂ ਕੇ ਰਹੇ।
ਜਿਹੜੇ ਪਹਿਲਾਂ ਸਿੰਘ ਨਾਮ ਸੀ ਉਹਨਾਂ ਦੇ ਨਾਂ ਸਿੰਘ ਹੀ ਰਹੇ। ਅਬ ਸਦ ਦਾਸ ਨੰਦ ਹੋ ਬਹੇ। ਹਾਂ, ਸਿੰਘ ਨਾਮ ਪਹਿਲਿਓਂ ਕੇ ਰਹੇ। ਜਿਹੜਾ ਪਹਿਲਾਂ ਸਿੰਘ ਨਾਮ ਸੀ ਉਹ ਆਪਣੇ ਨਾਲੋਂ ਲਾ ਦਿੱਤਾ, ਭਾਵ ਰਹੇ ਦਾ ਭਾਵ ਰਹਿ ਗਿਆ। ਅਬ ਸਦ ਦਾਸ ਨੰਦ ਹੋ, ਹੁਣ ਕਹਿੰਦੇ ਸਾਰੇ ਕੋਈ ਦਾਸ ਬਣ ਗਿਆ, ਕੋਈ ਨੰਦ ਬਣ ਗਿਆ ਪਿੱਛੇ, ਇਹ ਹੋ ਕੇ ਬਹਿ ਗਏ। ਰਾਖਤ ਮੇਲ ਉਦਾਸੀਓਂ ਸੰਗੇ। ਜਿਹੜੇ ਉਦਾਸੀ ਸਾਧੂ ਹੈ ਉਹਨਾਂ ਨਾਲ ਹੀ ਮੇਲ ਜੋਲ ਰੱਖਦੇ। ਕਰਮ ਧਰਮ ਇਨਕੇ ਹੈ ਚੰਗੇ। ਇਹਨਾਂ ਦੇ ਜਿਹੜੇ ਕਰਮ ਧਰਮ ਨੇ ਉਹ ਚੰਗੇ ਹਨ। 1936 ਕੇ ਮਾਹ ਹੈ। 1936 ਬਿਕਰਮੀ ਸੰਮਤ ਵਿੱਚ ਹੀਰਾ ਦਾਸ ਜਬ ਗਇਓ ਸਮਾ ਹੈ। ਜਦੋਂ ਹੀਰਾ ਦਾਸ ਪਰਲੋਕ ਗਮਨ ਕਰ ਗਿਆ, ਭਇਓ ਮਹੰਤ ਸੰਤ ਸਿੰਘ ਪਾਛੇ। ਫਿਰ ਇਹਦੀ ਜਗ੍ਹਾ ਤੇ ਮਹੰਤ ਬਣਿਆ, ਉਹਦਾ ਨਾਮ ਸੀ ਸੰਤ ਸਿੰਘ। ਵਰਤਤ ਸਭ ਸਾਧਨ ਮੈਂ ਆਛੇ, ਜੋ ਕਿ ਭਾਈ ਸਭ ਤਰ੍ਹਾਂ ਨਾਲ ਸ਼ੁਭ ਵਰਤਾਰਾ ਕਰਦਾ ਸੀ। ਮੱਖਣ ਪਿੰਡੀ ਢਾਲੀ ਵਾਲੈ। ਇਹ ਮੱਖਣ ਪਿੰਡੀ ਪਿੰਡ ਨੇ ਇਹ ਢਾਲੀਵਾਲ। ਅੰਮ੍ਰਿਤਸਰ ਕੋਹਾਲੀ ਸਿਆਲੈ। ਅੰਮ੍ਰਿਤਸਰ ਕੋਹਾਲੀ ਸਿਆਲ ਦੇ ਵਿੱਚ। ਇਤਿਆਦਿਕ ਗ੍ਰਾਮਨ ਮੈਂ ਡੇਰੇ। ਇਹੋ ਜਿਹੇ ਪਿੰਡਾਂ ਵਿੱਚ ਇਹਨਾਂ ਦੇ ਡੇਰੇ ਹਨ। ਹੈ ਨੀਕੇ ਸਾਧਨ ਕੇ ਕੇਰੇ, ਜੋ ਭਾਈ ਸ਼ੁਭ ਸਾਧਨਾ ਨਾਲ ਇਹਨਾਂ ਨੇ ਕਹਿੰਦੇ ਆਪਣੇ ਬਣਾਏ ਹੋਏ ਹਨ। ਚੌਪਈ ਸਿੰਘ ਆਦ ਜੋ ਚੇਲਾ ਥੈ ਹੈ। ਜਿਹੜਾ ਕੋਈ ਇਹਨਾਂ ਦਾ ਚੇਲਾ ਆ ਕੇ ਸਿੰਘ ਕੋਈ ਚੇਲਾ ਬਣ ਜਾਂਦਾ, ਤਿਸ ਕੋ ਸਿੰਘੀ ਰੀਤ ਰਖੈ ਹੈ। ਉਹਦੀ ਰੀਤੀ ਇਹ ਸਿੰਘਾਂ ਵਾਲੀ ਹੋਈ ਰੱਖਦੇ ਸੀ। ਨਯੋ ਜੋ ਅੰਮ੍ਰਿਤ ਛਕਣਾ ਚਾਹੈ। ਕੋਈ ਨਵਾਂ ਅੰਮ੍ਰਿਤ ਛਕਣਾ ਚਾਹੁੰਦਾ ਹੈ, 5 ਸਿੰਘ ਮਿਲ ਤਾਹੇ ਛਕੈ ਹੈ। ਉਹਨੂੰ ਕਹਿੰਦੇ 5 ਸਿੰਘ ਮਿਲ ਕੇ ਹੀ ਅੰਮ੍ਰਿਤ ਛਕਾਉਂਦੇ ਆ। ਸੰਤ ਨਿਰਮਲੇ ਜੈਸੇ ਰਹਿ। ਜਿਵੇਂ ਨਿਰਮਲੇ ਸੰਤ ਰਹਿੰਦੇ ਹਨ। ਰੀਤ ਸਭੀ ਸੋ ਤੈਸ ਰਖੈ ਹੈ। ਇਹ ਉਸੇ ਤਰ੍ਹਾਂ ਦੀ ਰੀਤੀ ਰੱਖਦੇ ਆ ਸਾਰੇ। ਮੋਨਾ ਚੇਲਾ ਰਹਿਣ ਜੋ ਚਾਹੈ। ਜੇ ਕੋਈ ਮੋਨਾ ਆ ਕੇ ਇਹਦਾ ਚੇਲਾ ਬਣ ਕੇ ਰਹਿਣਾ ਚਾਹੁੰਦਾ ਹੈ, ਤੋ ਚੋਟੀ ਤਿਸ ਕੀ ਭੀ ਨਹਿ ਲੈ ਹੈ। ਉਹਦੀ ਫਿਰ ਉਹਨੂੰ ਉਹ ਬੋਦੀ ਰੱਖੀ ਹੁੰਦੀ, ਉਹ ਬੋਦੀ ਵੀ ਕਹਿੰਦੇ ਨਹੀਂ ਸੀ ਲਾਉਂਦੇ। ਜੋ ਲੋ ਹੀਰਾ ਦਾਸ ਰਹਾਇਓ। ਜਿੰਨਾ ਸਮਾਂ ਹੀਰਾ ਦਾਸ ਰਿਹਾ, ਹੁਣ ਇਹਨੇ ਇੱਕ ਇਹ ਵੀ ਸੀ ਵੀ ਮੁਸਲਮਾਨ ਦੇ ਜੰਮਿਆ ਸੀ, ਭਾਵੇਂ 9 ਹੀਰਾ ਦਾਸ ਹੀ ਸੀ। ਨਿਜ ਵਿਵਹਾਰ ਨਾ ਤਾਹੇ ਮਿਲਾਇਓ। ਇਹਨੇ ਆਪਣਾ ਵਰਤਾਰਾ ਨਹੀਂ ਕਿਸੇ ਨਾਲ ਮਿਲਾਇਆ, ਭਾਵ ਆਪਣਾ ਖਾਣਾ ਪੀਣਾ ਦੂਜਿਆਂ ਤੋਂ ਵੱਖਰਾ ਰੱਖਿਆ। ਇਸ ਗੱਲ ਦਾ ਹਮੇਸ਼ਾ ਵੀ ਮੈਂ ਤੁਰਕ ਹੈ, ਮੁਸਲਮਾਨ ਦੇ ਘਰ ਜੰਮਿਆ, ਤੇ ਇਸ ਕਰਕੇ ਕੋਈ ਇਹ ਨਾ ਕਹੇ ਵੀ ਮੁਸਲਮਾਨ ਜਿਹੜਾ ਹੈ ਉਹਦੇ ਹੱਥ ਦੀ ਰੋਟੀ ਖਾਂਦੇ ਆ ਹਿੰਦੂ। ਉਦੋਂ ਗੁਰਮੁਖੋ ਬਹੁਤ ਜ਼ਿਆਦੇ ਸੀ ਉਹਨਾਂ ਸਮਿਆਂ ਵਿੱਚ। ਤੁਰਕ ਦੇ ਹੱਥ ਦਾ ਕੋਈ ਵੀ ਖਾਂਦਾ ਨਹੀਂ ਸੀ ਹੁੰਦਾ। ਤੇ ਇਸ ਕਰਕੇ ਇਹਨੇ ਲੰਗਰ ਤਿਆਰ ਕਰਨ ਵਾਸਤੇ ਵੀ ਹਿੰਦੂ ਸਾਧੂਆਂ ਨੂੰ ਹੀ ਕਹਿਣਾ ਕਿ ਤੁਸੀਂ ਮਰਜ਼ਾਦਾ ਨਾਲ ਤਿਆਰ ਕਰੋ। ਇਸ ਕਰਕੇ ਆਪਣਾ ਖਾਣਾ ਪੀਣਾ ਦੂਜਿਆਂ ਤੋਂ ਵੱਖਰਾ ਰੱਖਿਆ। ਸਤਨਾਮ ਵਾਹਿਗੁਰੂ ਮੰਤਰ। ਫਿਰ ਸਤਨਾਮ ਵਾਹਿਗੁਰੂ ਮੰਤਰ ਹੀ। ਓੰ ਸੋਹੰ ਦੇਤ ਸੁਤੰਤਰ। ਜਿਹੜਾ ਕੋਈ ਸਿੰਘ ਆ ਜਾਂਦਾ ਉਹਨੂੰ ਸਤਨਾਮ ਵਾਹਿਗੁਰੂ ਮੰਤਰ ਦੇ ਦਿੰਦਾ। ਕੋਈ ਹੋਰ ਆ ਜਾਂਦਾ ਉਹਨੂੰ ਓੰ ਸੋਹੰ ਵਗੈਰਾ ਦੇ ਦਿੰਦਾ। ਨਾਦੀ ਚੇਲੇ ਤਾਹੇ ਬਣਾਏ। ਇਹ ਉਪਦੇਸ਼ ਨਾਲ ਸ਼ਬਦੀ ਨਾਦੀ ਕਹਿੰਦੇ ਨੇ, ਜਿਹੜਾ ਉਪਦੇਸ਼ ਨਾਲ ਚੇਲਾ ਬਣਿਆ। ਇੱਕ ਬਿੰਦੀ ਪੁੱਤਰ ਹੁੰਦਾ, ਇੱਕ ਨਾਦੀ। ਬਿੰਦੀ ਮਾਤਾ ਪਿਤਾ ਤੋਂ ਜੋ ਪੈਦਾ ਹੋਇਆ, ਤੇ ਇੱਕ ਹੁੰਦਾ ਨਾਦੀ ਪੁੱਤਰ। ਨਾਦੀ ਜਿਹੜਾ ਉਪਦੇਸ਼ ਨਾਲ ਚੇਲਾ ਪੁੱਤਰ ਬਣ ਜੇ। ਇਹਨੇ ਬਹੁਤ ਬਣਾਏ। ਚਰਨ ਧੋਏ ਨਹਿ ਕਵੀ ਪਿਲਾਏ। ਪਰ ਇਸ ਨੇ ਹੀਰਾ ਦਾਸ ਨੇ ਆਪਣਾ ਚਰਨ ਧੋ ਕੇ ਨਹੀਂ ਕਿਸੇ ਨੂੰ ਪਿਆਇਆ। ਸੀਤ ਪ੍ਰਸ਼ਾਦ ਨਾ ਕਾਹੂੰ ਦਿਓ। ਕਿਸੇ ਨੂੰ ਆਪਣਾ ਸੀਤ ਪ੍ਰਸ਼ਾਦ ਨਹੀਂ ਦਿੱਤਾ ਝੂਠਾ।
ਜਤੀ ਸਤੀ ਗਿਆਨੀ ਦ੍ਰਿੜ ਥੀਓ। ਤੇ ਜਤੀ ਸਤੀ ਗਿਆਨੀ ਦ੍ਰਿੜਤਾ ਵਿੱਚ ਪੱਕਾ ਰਿਹਾ। ਪੜ੍ਹੈ ਪੜ੍ਹਾਵੇ ਗੁਰ ਕੀ ਬਾਣੀ, ਗੁਰੂ ਦੀ ਬਾਣੀ ਹੀ ਪੜ੍ਹਦਾ ਤੇ ਪੜ੍ਹਾਉਂਦਾ ਸੀ। ਰੀਤ ਰੱਖੈ ਸਭ ਸਿੱਖਨ ਸਾਨੀ, ਉਹ ਸਿੱਖਾਂ ਨਾਲ ਮਿਲਵੀਂ ਰੀਤੀ ਮਰਜ਼ਾਦਾ ਹੀ ਰੱਖਦਾ ਸੀ। ਗੁਰੂ ਗ੍ਰੰਥ ਸਾਹਿਬ ਇੱਕ ਇਸ਼ਟ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਇੱਕ ਇਸ਼ਟ ਮੰਨਦਾ। ਮੰਨੈ ਔਰੈ ਸਭੀ ਅਨਿਸ਼ਟ ਹੈ, ਇਉਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਸੀ, ਬਾਕੀ ਸਾਰਾ ਅਨਿਸ਼ਟ ਮੰਨਦਾ ਸੀ, ਨਾ ਮੰਨਣ ਯੋਗ। ਯਦਬ ਚੇਲੇ ਅਨ ਕਹਿ ਲਾਇਕ, ਭਾਵੇਂ ਇਹਦੇ ਬਹੁਤ ਲਾਇਕ ਚੇਲੇ ਸੀ। ਥੇ ਤਿਸ ਕੇ ਸਮਰੂਪ ਮਲਾਇਕ, ਦੇਵਤਿਆਂ ਵਰਗੇ ਸਰੂਪ ਵਾਲੇ ਸੀ ਇਹਦੇ ਬਹੁਤ ਚੇਲੇ। ਪੈ ਲੱਖ ਸੰਤ ਸਿੰਘ ਕੋ ਨੀਕੈ, ਪਰ ਇਹਨੇ ਆਪਣੇ ਤੋਂ ਬਾਅਦ ਭਾਈ ਸੰਤ ਸਿੰਘ ਨੂੰ ਚੰਗਾ ਜਾਣ ਕੇ ਆਪਣੀ ਠੌਰੈ ਥੱਪ ਕੈ ਠੀਕੈ, ਆਪਣੀ ਜਗ੍ਹਾ ਤੇ ਭਾਈ ਉਹਨੂੰ ਸ਼ੁਭ ਥਾਪ ਦਿੱਤਾ। ਭਾਦੋਂ 1900 ਮੱਧ 36, ਭਾਦਰੋਂ ਮਹੀਨੇ ਵਿੱਚ 1936 ਦੇ ਵਿੱਚ ਬਿਕਰਮੀ ਸੰਮਤ ਹੈ। ਮਿਲਿਓ ਜੋਤੀ ਜੋਤ ਅਲਵਤੀ, ਬਿਨਾਂ ਸੰਸ਼ੇ ਤੋਂ ਇਹ ਵਾਹਿਗੁਰੂ ਬ੍ਰਹਮ ਦੇ ਵਿੱਚ ਲੀਨ ਹੋ ਗਿਆ। ਸੰਤ ਸਿੰਘ ਅਬ ਆਹੇ ਮਹੰਤ ਹੈ, ਕਹਿੰਦੇ ਭਾਈ ਸੰਤ ਸਿੰਘ ਹੁਣ ਜਿਹੜਾ ਮਹੰਤ ਹੈ। ਰਹਿ ਹੈ ਗੰਢੀ ਪਿੰਡ ਸੁਤੰਤ ਹੈ, ਜੋ ਗੰਢੀ ਪਿੰਡ ਦੇ ਵਿੱਚ ਸੁਤੰਤਰ ਰਹਿੰਦਾ ਹੈ। ਸਿੰਘ ਬਸੰਤ ਰਹਿ ਧਾਲੀਵਾਲ ਹੈ, ਇੱਕ ਬਸੰਤ ਸਿੰਘ ਦਾ ਚੇਲਾ ਉਹ ਧਾਲੀਵਾਲ ਰਹਿੰਦਾ ਹੈ। ਦਲ ਸਿੰਘ ਰਹਿ ਕੋਟ ਸਿਆਲ ਹੈ, ਇੱਕ ਦਲ ਸਿੰਘ ਚੇਲਾ ਉਹ ਸਿਆਲਕੋਟ ਰਹਿੰਦਾ ਹੈ। ਮੱਖਣ ਪਿੰਡੀ ਮੈਂ ਸਿੰਘ ਆਲਾ, ਇੱਕ ਮੱਖਣ ਪਿੰਡੀ ਪਿੰਡ ਹੈ, ਉੱਥੇ ਇਹਦਾ ਚੇਲਾ ਆਲਾ ਸਿੰਘ ਹੈ। ਦੀਪ ਸਿੰਘ ਕੋਹਾਲੀ ਚਾਲਾ, ਇੱਕ ਦੀਪ ਸਿੰਘ ਚੇਲਾ ਸੀ ਉਹ ਕੋਹਾਲੀ ਚਲਿਆ ਗਿਆ। ਸਨਮੁਖ ਸਿੰਘ ਅੰਮ੍ਰਿਤਸਰ ਰਹਿ ਹੈ, ਇੱਕ ਸਨਮੁਖ ਸਿੰਘ ਚੇਲਾ ਸੀ ਉਹ ਅੰਮ੍ਰਿਤਸਰ ਸਾਹਿਬ ਰਹਿੰਦਾ ਹੈ। ਇਤਿਆਦਿਕ ਬਹੁ ਠੌਰੈ ਮੈਂ ਹੈ, ਗਿਆਨੀ ਜੀ ਕਹਿੰਦੇ ਇਸ ਤਰ੍ਹਾਂ ਭਾਈ ਬਹੁਤ ਜਗ੍ਹਾ ਤੇ, ਕਿਉਂਕਿ ਜਦੋਂ ਗਿਆਨੀ ਗਿਆਨ ਸਿੰਘ ਜੀ ਇਤਿਹਾਸ ਲਿਖ ਰਹੇ ਉਦੋਂ ਇਹ ਜਿਹੜੇ ਸਨ ਵੱਖ-ਵੱਖ ਜਗ੍ਹਾ ਤੇ ਮਹੰਤ ਸੀ, ਤੇ ਗਿਆਨੀ ਜੀ ਨੇ ਤੁਰ ਫਿਰ ਕੇ ਇਤਿਹਾਸ ਲਿਖਿਆ ਜਾ ਜਾ ਕੇ ਮਿਲ ਕੇ, ਇਸ ਕਰਕੇ ਫਿਰ ਇਹਨਾਂ ਦੇ ਨਾਂ ਵੀ ਦੱਸ ਰਹੇ ਨੇ। ਇਹ ਇਤਿਆਦਿਕ ਬਹੁਤ ਠੌਰੈ ਮੈਂ, ਬਹੁਤ ਜਗ੍ਹਾ ਤੇ ਹੀ ਇਸ ਤਰ੍ਹਾਂ ਚੇਲੇ ਪਰ ਚੇਲੇ ਗੁਰ ਭਾਈ, ਇਹਦੇ ਭਾਈ ਚੇਲੇ ਪੋਤੇ ਚੇਲੇ ਜਾਂ ਇਹਦੇ ਗੁਰ ਭਾਈ। ਸੰਤ ਸਿੰਘ ਕੇ ਹੈ ਬਹੁ ਠਾਈ, ਇਹ ਸੰਤ ਸਿੰਘ ਦੇ ਬਹੁਤ ਜਗ੍ਹਾ ਅੱਗੇ ਚੇਲੇ ਪਰ ਚੇਲੇ ਬੈਠੇ ਹਨ। ਹੀਰਾ ਦਾਸੀਆਂ ਕੀ ਇਹੋ ਗਾਥਾ, ਇਹ ਹੀਰਾ ਦਾਸੀਆਂ ਦੀ ਗਿਆਨੀ ਜੀ ਕਹਿੰਦੇ ਭਾਈ ਕਥਾ ਹੈ। ਗਿਆਨ ਸਿੰਘ ਗਾਈ ਹਿਤ ਸਾਥਾ, ਤੇ ਮੈਂ ਗਿਆਨ ਸਿੰਘ ਨੇ ਪ੍ਰੇਮ ਨਾਲ ਗਾਈ ਹੈ। ਅਰਜ ਅਸੀਸ ਹਮਾਰੀ ਇਹੀ, ਮੇਰੀ ਕਹਿੰਦੇ ਬੇਨਤੀ ਤੇ ਮੇਰੀ ਅਸੀਸ ਇਹੀ ਹੈ। ਸਿੰਘ ਪੰਥ ਇਹੋ ਤਜੈ ਨ ਕੇਹੀ, ਇਹ ਜਿਹੜਾ ਸਿੰਘਾਂ ਦਾ ਪੰਥ ਹੈ ਨਾ ਇਹ ਮਹਾਨ, ਇਹਨੂੰ ਕੋਈ ਨਾ ਛੱਡੇ ਭਾਈ। ਔਰਨ ਕੋ ਆਗੈ ਸਿੰਘ ਕਰੇ, ਵੀ ਬਾਕੀਆਂ ਨੂੰ ਵੀ ਹੋਰ ਅੱਗੇ ਆਪਾਂ ਸਿੰਘ ਬਣਾਉਣਾ ਹੈ। ਆਪ ਨਿਰਮਲਿਓ ਸਮ ਰਹਿ ਖਰੇ, ਤੇ ਆਪ ਨਿਰਮਲਿਆਂ ਵਾਂਗੂ ਕਹਿੰਦੇ ਇਹ ਭਾਈ ਚੰਗੇ ਰਹਿੰਦੇ ਐ। ਸੰਤਨ ਕੀ ਇਹੋ ਗਾਥਾ ਗਾਈ, ਇਹ ਮੈਂ ਸੰਤ ਪੁਰਸ਼ਾਂ ਦੀ ਕਥਾ ਕਹੀ ਹੈ। ਪੜ੍ਹੈ ਸੁਣੈ ਫਲ ਚਾਰ ਲਹਾਈ, ਇਉਂ ਜਿਹੜਾ ਪੜ੍ਹ ਸੁਣ ਲਵੇਗਾ ਉਹਨੂੰ ਭਾਈ ਚਾਰੇ ਫਲ ਧਰਮ ਅਰਥ ਕਾਮ ਮੋਕਸ਼ ਉਹਦੀ ਪ੍ਰਾਪਤੀ ਹੋ ਜਾਵੇਗੀ। ਦੋਹਰਾ ਹੀਰਾ ਦਾਸੀਆਂ ਕੀ ਕਹੀ, ਕਥਾ ਜਥਾਰਤ ਸਾਰ। ਇੱਥੇ ਤੱਕ ਕਹਿੰਦੇ ਭਾਈ ਅਸੀਂ ਹੀਰਾ ਦਾਸੀਆਂ ਦੀ ਜਿਹੜੀ ਜਥਾਰਥ ਦਾ ਮਤਲਬ ਹੁੰਦਾ ਸੱਚੀ, ਸਾਰ ਕੀ ਇਹ ਸ੍ਰੇਸ਼ਟ,
ਜੋ ਸੱਚੀ ਤੇ ਸ੍ਰੇਸ਼ਟ ਕਥਾ ਹੈ ਉਹ ਮੈਂ ਹੀਰਾ ਦਾਸੀਆਂ ਦੀ ਕਹੀ ਹੈ। ਗੰਗੂ ਸ਼ਾਹੀਆਂ ਕੀ ਸੁਨੋ ਔਰੈ ਆਗੇ ਚਾਰ। ਹੁਣ ਕਹਿੰਦੇ ਤੁਹਾਨੂੰ ਅਗਲੀ ਇੱਕ ਸੰਪਰਦਾ ਸੀ ਗੰਗੂ ਸ਼ਾਹੀਏ, ਉਹਨਾਂ ਦੀ ਵੀ ਅੱਗੇ ਸੋਹਣੀ ਸੁੰਦਰ ਭਾਈ ਹੋਰ ਕਥਾ ਸੁਣ ਲਵੋ। ਚੌਪਈ ਬਸੀ ਖੱਤਰੀ ਗੰਗੂ ਏਕੈ। ਇੱਕ ਗੰਗੂ ਨਾਮ ਦਾ ਖੱਤਰੀ ਹੋਇਆ ਬਸੀ ਗੋਤ ਦਾ। ਬਸੀ ਗੋਤ ਹੈ ਖੱਤਰੀਆਂ ਦਾ। ਹੁੱਤੋ ਗਰੀਬ ਅਦਕ ਵੱਡ ਨੇਕੈ। ਤੇ ਜਿਹੜਾ ਕਿ ਬਹੁਤ ਨੇਕ ਪੁਰਸ਼ ਸੀ ਔਰ ਗਰੀਬ ਬਹੁਤ ਸੀ। ਅਮਰਦਾਸ ਗੁਰ ਕੀ ਸ਼ਰਣਾਈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ ਵਿੱਚ ਆਇਆ। ਆਇਓ ਮਹਾਮੋਦ ਮਨ ਪਾਈ। ਮਨ ਦੇ ਵਿੱਚ ਬਹੁਤ ਖੁਸ਼ੀ ਪਾ ਕਰਕੇ ਇਹ ਮਹਾਰਾਜ ਦੇ ਕੋਲ ਸ੍ਰੀ ਗੋਇੰਦਵਾਲ ਸਾਹਿਬ ਆਇਆ। ਅਮਰ ਗੁਰੂ ਕਾ ਜਸ ਸੁਨ ਭਾਰਾ। ਇਹਨੇ ਗੁਰੂ ਅਮਰਦਾਸ ਮਹਾਰਾਜ ਦਾ ਬਹੁਤ ਜਸ ਸੁਣਿਆ। ਕਿੰਚਤ ਗੁੜ ਲੈ ਭੇਟ ਵਿਚਾਰਾ। ਇਹਦੇ ਕੋਲੇ ਪੈਸਾ ਕੋਈ ਹੈ ਨਹੀਂ ਸੀ। ਕਿਸੇ ਕਿਹਾ ਗੁਰੂ ਮਹਾਰਾਜ ਕੋਲੇ ਜਾ, ਤੇਰਾ ਆਪੇ ਕਿਰਤਾਂ ਬਿਰਤਾਂ ਸਭ ਚੱਲ ਪੈਣਗੀਆਂ। ਗੁਰਮੁਖੋ ਕੰਮ ਧੰਦਾ ਨਾ ਚੱਲਦਾ ਹੋਵੇ ਨਾ, ਗੁਰੂ ਸਾਹਿਬ ਕੋਲੇ ਆ ਕੇ ਬੇਨਤੀ ਕਰੀਏ, ਕਰਵਾਈਏ, ਮਹਾਰਾਜ ਮਿਹਰ ਕਰਦੇ ਆ ਸੱਚੇ ਦਿਲੋਂ ਪ੍ਰੇਮ ਭਾਵਨਾ। ਇਹਦੇ ਕੋਲੇ ਹੁਣ ਕੋਈ ਭੇਟਾ ਹੈ ਨਹੀਂ ਸੀ। ਇਹਨੇ ਇੱਕ ਗੁੜ ਦੀ ਰੋੜੀ, ਗੁੜ ਇੱਕ ਜਿਹੜਾ ਹੈ ਉਹ ਜਿਵੇਂ ਆਪਾਂ ਅੱਗੇ ਬਣਾਉਂਦੇ ਸੀ ਗੰਢ ਦੇ ਵਿੱਚੋਂ ਜਿਹੜੀਆਂ ਗੁੜ ਦੀਆਂ, ਉਹ ਇਹਨੇ ਬੰਨ੍ਹ ਲਈ ਆਪਣਾ ਕੋਈ ਵੱਡਾ ਥੋੜਾ ਜਿਹਾ ਗੁੜ ਪਰਨੇ ਨਾਲ ਬੰਨ੍ਹ ਲਿਆ ਗੰਗੂ ਸ਼ਾਹ ਨੇ। ਸ਼ਾਹ ਦਾ ਮਤਲਬ ਤਾਂ ਸ਼ਾਹੂਕਾਰ, ਇਸ ਕਰਕੇ ਸ਼ਾਹ ਇਹਦੇ ਨਾਲ ਲੱਗਿਆ। ਇਹ ਭਾਈ ਗੰਗੂ ਖੱਤਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜਸ ਸੁਣ ਕੇ ਕਿੰਚਤ ਗੁੜ ਲੈ ਭੇਟ ਵਿਚਾਰਾ। ਥੋੜਾ ਜਿਹਾ ਗੁੜ ਲੈ ਲਿਆ ਇਹਨੇ ਭੇਟਾ ਕਰਨ ਲਈ। ਗੁਰ ਢਿਗ ਗਇਓ ਸਿੱਖ ਬਹੁ ਹੇਰ। ਜਦੋਂ ਗੁਰੂ ਮਹਾਰਾਜ ਦੇ ਕੋਲ ਗਿਆ ਤੇ ਉੱਥੇ ਬਹੁਤ ਸਿੱਖਾਂ ਨੂੰ ਵੇਖਿਆ। ਦੂਰ ਖੜਿਓ ਸ਼ਰਮਾਏ ਵਧੇਰ। ਇਹ ਦੂਰ ਖੜ ਗਿਆ ਤੇ ਸ਼ਰਮ ਜੀ ਮੰਨੀ ਇਸਨੇ। ਔਰ ਸਿੱਖ ਬਹੁ ਭੇਟਾ ਦੇ ਕੇ। ਇਹ ਹੋਰ ਸਿੱਖ ਆਉਂਦੇ ਆ, ਉਹਦੇ ਮਾਇਆ ਕਿੰਨੀ ਕਿੰਨੀ ਮਹਾਰਾਜ ਦੇ ਚਰਨਾਂ 'ਚ ਰੱਖਦੇ, ਬਹੁਤ ਭੇਟਾ ਦਿੰਦੇ ਆ। ਬੈਠੇ ਥੇ ਅਤਮੋਦ ਵਢੈ ਕੇ। ਇਉਂ ਭੇਟਾ ਰੱਖ ਕੇ ਬਹੁਤ ਖੁਸ਼ੀ ਵਧਾ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਬੈਠੇ ਸਨ। ਗੁਰ ਗਿਰਦੈ ਭੀੜਾ ਪਿੱਖ ਭੂਰੀ। ਗੁਰੂ ਮਹਾਰਾਜ ਦੇ ਆਲੇ ਦੁਆਲੇ ਲੋਕਾਂ ਦਾ ਬਹੁਤ ਇਕੱਠ ਵੇਖਿਆ। ਗੰਗੂ ਖੜਾ ਰਹਿਓ ਡਰ ਦੂਰੀ। ਇਹ ਗੰਗੂ ਜਿਹੜਾ ਸੀ ਦੂਰ ਖੜਾ ਰਿਹਾ ਡਰਦਾ ਹੋਇਆ। ਸੋਚਤ ਮੈਂ ਕਿਆ ਭੇਟ ਚੜਾਵੂੰ। ਸੋਚਦਾ ਮੇਰੇ ਕੋਲੇ ਮਾਇਆ ਤਾਂ ਹੈ ਨਹੀਂ, ਮੈਂ ਤਾਂ ਗੁੜ ਲਿਆਇਆ ਥੋੜਾ ਜਿਹਾ, ਮੈਂ ਇੱਥੇ ਕੀ ਭੇਟਾ ਚੜਾਵਾਂ। ਬਿਨ ਭੇਟਾ ਗੁਰ ਢਿਗ ਕਿਮ ਜਾਵੂੰ। ਇਹ ਬਿਨਾਂ ਭੇਟਾ ਤੋਂ ਗੁਰੂ ਮਹਾਰਾਜ ਦੇ ਕੋਲੇ ਮਾਇਆ ਬਿਨਾਂ ਮੈਂ ਕਿਵੇਂ ਜਾਵਾਂ। ਗੁਰ ਸਰਬੱਗ ਜਾਨ ਤੇ ਮਨ ਕੀ। ਗੁਰੂ ਮਹਾਰਾਜ ਗੁਰੂ ਅਮਰਦਾਸ ਸਰਬੱਗ ਸਤਿਗੁਰੂ ਨੇ ਇਹਦੇ ਮਨ ਦੀ ਜਾਣ ਲਈ। ਨਿਕਟ ਹਕਾਰਿਓ ਗੰਗੂ ਬਨ ਕੀ। ਇਸ ਗੰਗੂ ਬਾਣੀਏ ਭਾਵ ਖੱਤਰੀ ਨੂੰ ਆਪਣੇ ਕੋਲ ਸੱਦਿਆ। ਗੁੜ ਜੋ ਢਿਗ ਚਾਰਕ ਪੈਸਾ ਭਾਰ। ਚਾਰਕ ਪੈਸੇ ਭਾਰ ਦਾ ਭਾਵ ਥੋੜਾ ਜਿਹਾ ਗੁੜ ਸੀ ਰੋੜੀ ਇਹਦੇ ਕੋਲ। ਹੁੱਤੋ ਵਹਿ ਗੁਰ ਆਗੇ ਦੀਏ ਧਰ। ਉਹੀ ਸੀ ਮਹਾਰਾਜ ਕਹਿੰਦੇ ਲਿਆ ਭੇਟਾ ਕੀ ਲਿਆ। ਕਹਿੰਦਾ ਜੀ ਆਹ ਗੁੜ ਦੀ ਰੋੜੀ ਹੋਈ ਹੈ। ਪੇਖ ਸੁਦਾਮੇ ਸਮ ਤੇ ਪ੍ਰੀਤੀ। ਜਿਵੇਂ ਸੁਦਾਮਾ ਸੀ ਉਹ ਗੁਰਮੁਖੋ ਚੌਲਾਂ ਦੀ ਛੱਟ ਲੈ ਕੇ ਗਿਆ ਸੀ। ਕ੍ਰਿਸ਼ਨ ਭਗਵਾਨ ਨੇ ਦੇਖੋ ਉਹਦੇ ਹੀ ਫੱਕੇ ਮਾਰੇ ਪ੍ਰੇਮ ਵਿੱਚ। ਇਸੇ ਤਰ੍ਹਾਂ ਸੁਦਾਮੇ ਵਾਂਗੂ ਇਹ ਪ੍ਰੀਤੀ ਵੇਖ ਲਈ ਭੇਟ ਗੁਰ ਹੋਇ ਮੁਦ ਰੀਤੀ। ਗੁਰੂ ਸਾਹਿਬ ਨੇ ਬਹੁਤ ਖੁਸ਼ ਹੋ ਕੇ ਗੁੜ ਦੀ ਰੋੜੀ ਭੇਟਾ ਲਈ।
ਦਇ ਕਰ ਨਿਜ ਦਇ ਆਦਰ ਨਿਜ ਨਿਕਟ ਬਿਠਾਇਓ। ਇਹਨੂੰ ਆਦਰ ਦੇ ਕੇ ਆਪਣੇ ਕੋਲ ਬਿਠਾਇਆ। ਕਰ ਕਿਰਪਾ ਵਹਿ ਸਿੱਖ ਬਨਾਇਓ। ਔਰ ਕਿਰਪਾ ਕਰਕੇ ਆਪਣਾ ਸਿੱਖ ਬਣਾ ਲਿਆ। ਮੰਜੀ ਬਖਸ਼ ਦਈ ਤਿਸ ਤਾਈ। ਇਹਨੂੰ ਭਾਈ ਮੰਜੀ ਬਖਸ਼ਿਸ਼ ਕਰ ਦਿੱਤੀ। ਕਰਿਓ ਨਿਹਾਲ ਮਸੰਦ ਬਨਾਈ। ਤੇ ਨਿਹਾਲ ਕਰਤਾ ਮਸੰਦ ਬਣਾ ਦਿੱਤਾ। ਆਪਣਾ ਨਾਮ ਗਰੀਬ ਨਿਵਾਜੂ। ਤੇ ਆਪਣਾ ਨਾਮ ਗਰੀਬ ਨਵਾਜ ਜੋ ਗੁਰੂ ਦਾ ਨਾਮ ਹੈ। ਸਫਲ ਕਰਿਓ ਗੁਰ ਲਾਜ ਜਹਾਜੂ। ਗੁਰੂ ਮਹਾਰਾਜ ਨੇ ਕਿਰਪਾ ਕੀਤੀ। ਲੱਜਾਂ ਦੇ ਜਹਾਜ਼ ਨੇ ਆਪਣਾ ਇਹ ਨਾਮ ਸਫਲ ਕੀਤਾ। ਪਰਬਤ ਕੇ ਢਿਗ ਢਿਗ ਕੀ ਸਿੱਖੀ। ਪਹਾੜਾਂ ਦੇ ਨੇੜੇ ਨੇੜੇ ਦੀ ਜਿਹੜੀ ਸਿੱਖੀ ਸੀ। ਬਖਸ਼ ਦਈ ਤਿਸ ਕੋ ਗੁਰ ਤਿੱਖੀ। ਗੁਰੂ ਮਹਾਰਾਜ ਨੇ ਇਹਨੂੰ ਉਹ ਬਖਸ਼ਿਸ਼ ਕਰ ਦਿੱਤੀ। ਸਤਲੁਜ ਤੈ ਚੜ੍ਹਦੇ ਕੀ ਓਰੈ। ਸਤਲੁਜ ਤੋਂ ਚੜ੍ਹਦੇ ਵੱਲ ਕਸਬਾ ਖਰੜ ਪਾਸ ਤਿਸ ਹੋਰੈ। ਜਿਹੜਾ ਖਰੜ ਦਾ ਕਸਬਾ ਹੈ ਨਾ ਚੰਡੀਗੜ੍ਹ ਕਨੀ, ਉਹ ਇਤਿਆਦਿਕ ਹੋਰ। ਦਾਊ ਨਾਮ ਗਾਮ ਹੈ ਨੀਕੈ। ਹੋਰ ਕਹਿੰਦੇ ਦਾਊ ਨਾਮ ਦਾ ਇੱਕ ਚੰਗਾ ਪਿੰਡ ਹੈ ਗਾਦੀ ਤਹਿ ਤਿਨ ਕੀ ਠੀਕੈ। ਉਥੇ ਭਾਈ ਇਹਨਾਂ ਦੀ ਠੀਕ ਗੱਦੀ ਹੈ। ਘਾਗੋ ਗਾਮ ਦੁਆਬੇ ਮਾਂ ਹੈ। ਫਿਰ ਘਾਗੋ ਪਿੰਡ ਹੈ ਦੁਆਬੇ ਦੇ ਵਿੱਚ। ਬਨਿਓ ਦੇਹੁਰਾ ਗੰਗੂ ਕਾ ਹੈ। ਉਥੇ ਵੀ ਗੰਗੂ ਦਾ ਦੇਰਾ ਬਣਿਆ ਹੋਇਆ। ਮੇਲਾ ਭਰ ਹੈ ਤਹਾਂ ਪਾਰੇ। ਜੋ ਬਹੁਤ ਵੱਡਾ ਉੱਥੇ ਮੇਲਾ ਭਰਦਾ ਹੈ। ਮੰਨਤ ਲੋਗ ਤਹਾਂ ਕੇ ਸਾਰੇ। ਉਥੋਂ ਦੇ ਲੋਕ ਸਾਰੇ ਮੰਨਤਾ ਕਰਦੇ ਨੇ। ਤਿਸ ਕੀ ਗਾਦੀ ਪਰ ਜੋ ਬਹਿ ਹੈ। ਜਿਹੜਾ ਇਹਦੀ ਗੱਦੀ ਦੇ ਉੱਤੇ ਬੈਠਦਾ ਹੈ। ਆਜਮਤ ਵੱਡ ਜੋ ਤਸੋ ਥੈ ਹੈ। ਉਹ ਕਹਿੰਦੇ ਭਾਈ ਵੱਡੀ ਕਰਾਮਾਤ ਸਹਿਤ ਹੁੰਦਾ ਹੈ। ਜਵਾਹਰ ਸਿੰਘ ਪੀਰ ਵੱਡ ਭਇਓ। ਇੱਕ ਜਵਾਹਰ ਸਿੰਘ ਨਾਂ ਦਾ ਵੱਡਾ ਪੀਰ ਹੋਇਆ ਹੈ। ਮੁਲਕ ਪਹਾੜ ਸਿੱਖ ਤੇ ਕਇਓ। ਉਹਨੇ ਪਹਾੜਾਂ ਦੇ ਮੁਲਕ ਵਿੱਚ ਆਪਣੇ ਬਹੁਤ ਸਿੱਖ ਬਣਾਏ। ਆਬ ਸੁੰਦਰ ਸਿੰਘ ਗਾਦੀ ਪਰ ਹੈ। ਹੁਣ ਕਹਿੰਦੇ ਗੱਦੀ ਦੇ ਉੱਤੇ ਸੁੰਦਰ ਸਿੰਘ ਨਾਂ ਦਾ ਪੀਰ ਮੰਤ ਹੈ। ਅਕਲ ਸ਼ਕਲ ਅਜਮਤ ਕਾ ਘਰ ਹੈ। ਸੋਹਣੀ ਅਕਲ ਦਾ ਮਾਲਕ ਹੈ। ਚੰਗੀ ਸ਼ਕਲ ਦਾ ਮਾਲਕ ਕਰਾਮਾਤਾਂ ਦਾ ਘਰ ਹੈ। ਤਿਸ ਨੇ ਸਿੱਖੀ ਬਹੁ ਬਿਰਧਾਈ। ਇਹਨੇ ਵੀ ਆਪਣੀ ਬਹੁਤ ਸਿੱਖੀ ਵਧਾਈ ਹੈ। ਜੌਹੜ ਸਰ ਪੰਜੌੜ ਡਿਗ ਸਾਈ। ਜੌੜ ਸਰ ਪਿੰਡ ਹੈ। ਪੰਜੌੜ ਡਿਗ ਸਾਈ ਇਹ ਸਾਰੇ ਇਲਾਕੇ। ਨਾਹਣ ਦੇਸ਼ ਪ੍ਰਿਅੰਤ ਵਿਸ਼ੇਸ਼ ਹੈ। ਫਿਰ ਭਾਈ ਨਾਹਣ ਦਾ ਦੇਸ਼ ਪ੍ਰਿਅੰਤ ਹੋਰ ਇਤਿਆਦਿਕ। ਬ੍ਰਿਧ ਕਰੀ ਗੁਰ ਸਿੱਖੀ ਇਸ ਹੈ। ਇਹਨੇ ਆਪਣੀ ਅੱਗੇ ਗੁਰ ਸਿੱਖੀ ਵਧਾਈ ਹੈ। ਕਸਬੇ ਖਰੜ ਢਿਗੈ ਪਿੰਡ ਦਾਊ। ਤੇ ਖਰੜ ਕਸਬਾ ਉਹਦੇ ਨੇੜੇ ਹੈ ਪਿੰਡ ਦਾਊ। ਰਹਿ ਹੈ ਅਬ ਸੋ ਤੈ ਹੈ ਥਾਂ। ਗਿਆਨੀ ਜੀ ਕਹਿੰਦੇ ਭਾਈ ਉਸ ਥਾਂ ਤੇ ਇਹ ਸੁੰਦਰ ਸਿੰਘ ਜਿਹੜਾ ਹੈ ਹੁਣ ਰਹਿੰਦਾ ਹੈ। ਪੂਜਾ ਆਵਤ ਤਾਹੇ ਅਪਾਰ ਹੈ। ਉੱਥੇ ਇਹਦੇ ਕੋਲੇ ਬਹੁਤ ਪੂਜਾ ਆਉਂਦੀ ਹੈ। ਲਾਵਤ ਲੰਗਰ ਤੈ ਸੋਦਾਰ ਹੈ। ਇਸ ਤਰ੍ਹਾਂ ਭਾਈ ਉਹ ਵੀ ਮਹਾਨ ਲੰਗਰ ਲਾਉਂਦਾ ਹੈ। ਸ਼ਿਮਲਾ ਦੇਸ਼ ਅਦਕ ਸਰਮੌਰ। ਸ਼ਿਮਲਾ ਇਤਿਆਦਿਕ ਤੇ ਸਰਮੌਰ ਦਾ ਇਲਾਕਾ। ਪੂਜਤ ਇਸ ਗਾਦੀ ਕੋ ਗੌਰ। ਇਹਨਾਂ ਦੀ ਜਿਹੜੀ ਹੈ ਗੰਗੂ ਸ਼ਾਹੀਆਂ ਦੀ ਗੱਦੀ ਨੂੰ ਪੂਜਦੇ ਨੇ ਭਾਈ। ਅਬ ਸੁੰਦਰ ਸਿੰਘ ਗਾਦੀ ਪਰ ਹੈ। ਹੁਣ ਗੱਦੀ ਦੇ ਉੱਤੇ ਸੁੰਦਰ ਸਿੰਘ ਬੈਠਾ ਹੈ। ਆਵਤ ਧਨ ਪੂਜਤ ਤੀਏ ਨਰ ਹੈ। ਕਹਿੰਦੇ ਬਹੁਤ ਧਨ ਆਉਂਦਾ ਤੇ ਮਾਈ ਭਾਈ ਲੋਕੀ ਪੂਜਦੇ ਹਨ। ਗੰਗੂ ਸ਼ਾਹੀਆਂ ਕੀ ਇਹ ਗਾਈ। ਇਹ ਕਥਾ ਇੰਨੀ ਕਹਿੰਦੇ ਭਾਈ ਗੰਗੂ ਸ਼ਾਹੀਆਂ ਦੀ ਹੈ ਜੋ ਦੱਸੀ ਹੈ। ਗਾਥ ਗਿਆਨ ਸਿੰਘ ਜੈਸੇ ਪਾਈ। ਜਿਵੇਂ ਗਿਆਨ ਸਿੰਘ ਕਹਿੰਦਾ ਮੈਨੂੰ ਪਤਾ ਲੱਗੀ ਇਹ ਕਥਾ, ਉਵੇਂ ਮੈਂ ਭਾਈ ਇਹ ਕਥਾ ਜਿਹੜੀ ਹੈ ਕਹੀ ਹੈ ਦੋਹਰਾ।
ਭਾਈ ਬਹਿਲੋ ਕੀ ਸੁਨੋ, ਕਿੰਚਿਤ ਆਗੇ ਔਰ। ਹੁਣ ਕਹਿੰਦੇ ਭਾਈ ਬਹਿਲੋ ਦੀ ਸੁਣ ਲਓ, ਉਹਨਾਂ ਦੇ ਕਿਵੇਂ ਅੱਗੇ ਗੱਡੀ ਚੱਲੀ ਹੈ ਥੋੜੀ ਜੀ ਇਸ ਤਰ੍ਹਾਂ। ਦੇਸ਼ ਮਾਲਵੇ ਮੈਂ ਅਹੈ, ਸਿੱਖੀ ਜਿਨ ਕੀ ਗੌਰ। ਜੋ ਮਾਲਵੇ ਦੇ ਵਿੱਚ ਇਹਨਾਂ ਦੀ ਵੀ ਬਹੁਤ ਸਿੱਖੀ ਹੈ। ਸਵਈਆ ਛੰਦ, ਦੇਸ਼ ਮਾਲਵੇ ਫਫੜੇ ਪਿੰਡ ਮੈਂ। ਮਾਲਵੇ ਦਾ ਇਲਾਕਾ ਤੇ ਫਫੜਾ ਭਾਈ ਪਿੰਡ ਹੈ। ਫਫੜੇ ਪਿੰਡ ਦੇ ਵਿੱਚ ਸੰਧੂ ਜੱਟ ਅਲ ਦਿੱਤਾ, ਤੇ ਇਹ ਸੰਧੂ ਜੱਟ ਪਰਿਵਾਰ ਅਲ ਦਿੱਤਾ ਨਾਂ ਦਾ ਇੱਕ ਵਿਅਕਤੀ ਰਹਿੰਦਾ ਸੀ। ਖੋਤੋ ਚੌਧਰੀ ਵੱਡ ਸੁਲਤਾਨੀ। ਇਹ ਅਲ ਦਿੱਤਾ ਸੰਧੂ ਗੋਤ ਦਾ ਸੀ ਤੇ ਸੁਲਤਾਨੀਆਂ ਸੀ। ਵੱਡਾ ਚੌਧਰੀ ਸੀ, ਸੁਲਤਾਨੀਆਂ ਨੂੰ ਮੰਨਦਾ ਹੁੰਦਾ ਸੀ, ਸਖੀ ਸਰਵਰੀਆਂ। ਇਉਂ ਵੱਡਾ ਚੌਧਰੀ ਸੀ ਇਲਾਕੇ ਦਾ। ਬਹਿਲੋ ਸੁੱਤ ਪ੍ਰਭ ਦਿੱਤਾ, ਤੇ ਇਉਂ ਇਹਨੂੰ ਅੱਗੇ ਰੱਬ ਨੇ ਭਾਈ ਬਹਿਲੋ ਨਾਂ ਦਾ ਪੁੱਤਰ ਦਿੱਤਾ। ਖੂੰਡੀ ਖੱਲੜੂ ਰੱਖੈ ਮੁਸੱਲਾ। ਇਹ ਫਿਰ ਜਿਹੜਾ ਸੁਲਤਾਨੀਆਂ ਦਾ ਮੁਖੀ ਬਣਦਾ ਹੁੰਦਾ ਸੀ, ਉਹ ਆਪਣੇ ਕੋਲੇ ਇੱਕ ਖੱਲੜੀ ਰੱਖਦਾ ਸੀ, ਇੱਕ ਖੂੰਡੀ ਤੇ ਇੱਕ ਨਾਲ ਮੁਸੱਲਾ, ਉਹ ਆਸਣ ਜਾਂ ਜੀ ਤੇ ਨਵਾਜ਼ ਪੜ੍ਹਦੇ ਬੈਠ ਕੇ। ਖੇਲੈ ਛੜੀਆਂ ਜਾਂ ਹੈ, ਤੇ ਛਟੀਆਂ ਨਾਲ ਖੇਡਦਾ ਹੁੰਦਾ ਸੀ। ਸੁਲਤਾਨੀ ਲੋਗਨ ਕੋ ਲੈ ਕੇ, ਤੇ ਹੁਣ ਸੁਲਤਾਨੀਏ ਜਿਹੜੇ ਸਨ ਉਹਨਾਂ ਨੂੰ ਇਕੱਠੇ ਕਰਕੇ ਲਈ। ਸਦਾ ਨਗਾਹੇ ਜਾ ਹੈ, ਨਗਾਹੇ ਜਾਂਦਾ ਹੁੰਦਾ ਸੀ। ਨਗਾਹਾ ਪਿੰਡ ਗੁਰਮੁਖੋ ਪਾਕਿਸਤਾਨ ਵਿੱਚ ਰਹਿ ਗਿਆ, ਤੇ ਉੱਥੇ ਨਗਾਹੇ ਵਾਲਾ ਪੀਰ ਇਹ ਡੇਰਾ ਸੀ, ਜ਼ਿਲ੍ਹਾ ਡੇਰਾ ਗਾਜੀ ਖਾਂ। ਤੇ ਇਹ ਉੱਥੇ ਫਿਰ ਇਹਦੀ ਜਿਹੜੀ ਹੈ ਪਾਕਿਸਤਾਨ ਦੇ ਵਿੱਚ ਨਗਾਹੇ, ਇਹ ਸੁਲਤਾਨੀਆਂ ਦੀ ਕਬਰ ਹੈ। ਉੱਥੇ ਮੇਲਾ ਲਾਉਂਦੇ ਹੁੰਦੇ ਸੀ ਉਸ ਸਮੇਂ ਦੇ ਵਿੱਚ। ਉੱਥੇ ਜਾਂਦਾ ਹੁੰਦਾ ਸੀ ਲੈ ਕੇ ਜਥਾ। ਜੱਗੇ ਭਾਗ ਮੱਗ ਮੈਂ ਗੁਰ ਅਰਜੁਨ ਕਾ। ਇੱਕ ਦਿਨ ਇਹਦੇ ਭਾਗ ਜਾਗੇ ਵੀ ਰਸਤੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਦਰਸ਼ਨ ਜਬ ਲਹਿਓ। ਜਦੋਂ ਇਹਨੇ ਦਰਸ਼ਨ ਕੀਤਾ, ਕੋਕਲ ਬੱਤਕ ਸੁੱਤ ਕੀ ਨਿਆਈ। ਕੋਲ ਤੇ ਬੱਤਕ ਦੇ ਬੱਚੇ ਦੇ ਤਰ੍ਹਾਂ ਮਨ ਫਿਰਗੋ ਤਹਿ ਰਹਿਓ। ਭਾਵ ਜਿਵੇਂ ਕੋਇਲ ਦਾ ਬੱਚਾ ਉਹ ਆਖਰ ਆਪਣੀ ਅਸਲ ਜਗ੍ਹਾ ਤੇ ਚਲਿਆ ਜਾਂਦਾ, ਤੇ ਬੱਤਕ ਦਾ ਬੱਚਾ ਭਾਵੇਂ ਕੁਕੜੀ ਕੱਢਦੀ ਆ ਪਰ ਉਹ ਅਸਲ ਜਗ੍ਹਾ ਤੇ ਇਸੇ ਤਰ੍ਹਾਂ ਹੁਣ ਇਹ ਆਪਣੀ ਅਸਲ ਜਗ੍ਹਾ ਤੇ ਚਲਿਆ ਗਿਆ ਸ੍ਰੀ ਗੁਰੂ ਮਹਾਰਾਜ ਦੇ ਕੋਲ। ਇਉਂ ਇਹਦਾ ਮਨ ਫਿਰ ਗਿਆ ਤੇ ਮਹਾਰਾਜ ਦੇ ਕੋਲ ਰਿਹਾ। ਕਰੀ ਟਹਿਲ ਆਤੇ ਅੰਮ੍ਰਿਤ ਸਰ ਕੀ। ਅੰਮ੍ਰਿਤ ਸਰੋਵਰ ਦੀ ਫਿਰ ਇਹਨੇ ਭਾਈ ਬਹਿਲੋ ਨੇ ਸੇਵਾ ਕੀਤੀ। ਆਵਾ ਤਾਹੇ ਪਕਾਇਓ। ਇਹਨੇ ਆਵਾ ਲਾਇਆ, ਪੱਠਾ ਲਾ ਲਿਆ, ਭਾਵ ਛੋਟਾ ਜਿਹੜਾ ਸਰੋਵਰ ਪੱਕਾ ਹੁੰਦਾ ਸੀ ਜਦੋਂ ਪ੍ਰਕਰਮ। ਇਉਂ ਇਹਨੇ ਭਾਈ ਆਵਾ ਜਿਹੜਾ ਪਕਾਇਆ। ਨਿਸ ਦਿਨ ਕੂੜਾ ਗੋਬਰ ਮੈਲਾ। ਰੋ ਦਿਨ ਰਾਤ ਇਹ ਕੂੜਾ ਗੋਬਰ ਤੇ ਮੈਲਾ ਵੈਸਟਾ ਵਗੈਰਾ ਪਿੰਡਨ ਤੈ ਟੋਵਾਇਓ। ਇਹ ਪਿੰਡਾਂ ਵਿੱਚੋਂ ਚੁੱਕ ਚੁੱਕ ਕੇ ਲਿਆਉਂਦਾ। ਕਿਸੇ ਨੇ ਇਹਨੂੰ ਦੱਸਤਾ ਭਾਈ ਬਹਿਲੋ ਨੂੰ। ਇਹਨੇ ਪੁੱਛਿਆ ਵੀ ਇੱਟਾਂ ਜਿਹੜੀਆਂ ਨੇ ਬਹੁਤ ਲਾਲ ਤੇ ਪੱਕੀਆਂ ਕਿਵੇਂ ਹੋਣ। ਦੱਸਣ ਵਾਲਿਆਂ ਨੇ ਦੱਸਿਆ ਵੀ ਜੇ ਗੋਹਾ ਵਿਸਟਾ ਵਗੈਰਾ ਇਹਦੇ ਵਿੱਚ ਪਵੇ ਨਾ ਫਿਰ ਇਹ ਬਹੁਤ ਪੱਕ ਜਾਂਦੀਆਂ ਨੇ, ਜੋ ਉਹਦੇ ਸੇਕ ਇਹਨਾਂ ਨੂੰ ਜਾਵੇ। ਪਿੰਡਾਂ 'ਚੋਂ ਢੋਣ ਲੱਗ ਗਿਆ। ਰੁੱਖਾ ਸੁੱਕਾ 8 ਪਹਿਰੀ। ਤੇ ਰੁੱਕਾ ਸੁੱਕਾ 8 ਪਹਿਰ ਛਕਦਾ। ਮਿਲੇ ਜਹਾਂ ਤਹਿ ਖੈ ਹੈ। ਜਿੱਥੇ ਮਿਲਦਾ ਛਕ ਲੈਂਦਾ ਹੈ। ਸਿਰ ਤੈ ਨਾਹੇ ਟੋਕਰਾ ਇਹਨੂੰ। ਪਰ ਸਿਰ ਦੇ ਉਤੋਂ ਟੋਕਰਾ ਤੇ ਇਹਨੂੰ ਨਹੀਂ ਸੀ ਲਾਉਂਦਾ। ਲਾ ਹੈ ਨਾਮ ਜਪੈ ਹੈ। ਇਹ ਲਾਉਂਦਾ ਨਹੀਂ ਸੀ, ਹਮੇਸ਼ਾ ਨਾਮ ਜਪਦਾ ਰਹਿੰਦਾ। ਭਜਨ ਟਹਿਲ ਮੈਂ ਮਹਿਲ ਪਹੁੰਚਾਇਓ। ਇਹ ਭਜਨ ਬੰਦਗੀ ਟਹਿਲ ਨੇ ਉਸ ਮਹਿਲ ਤੇ ਪਹੁੰਚਾਤਾ। ਪਿਖ ਖੁਸ਼ ਹੋਇਆ ਗੁਰ ਭਾਰੀ। ਇਹਦੀਆਂ ਪੱਕੀਆਂ ਇੱਟਾਂ ਵੇਖੀਆਂ ਤੇ ਮਹਾਰਾਜ ਨੂੰ ਦੱਸਿਆ। ਸਤਿਗੁਰੂ ਕਹਿੰਦੇ ਐਡਾ ਚੌਧਰੀ ਹੋ ਕੇ ਇਹ ਸੇਵਾ ਕਰਦਾ ਜਿਹਦਾ ਮਨ ਪਵਿੱਤਰ ਹੋ ਗਿਆ। ਉੱਥੇ ਕਿਹਾ ਸੀ ਨਾ ਭਾਈ ਬਹਿਲੋ ਸਭ ਤੋਂ ਪਹਿਲੋ ਗੁਰੂ ਅਰਜਨ ਦੇਵ ਪਾਤਸ਼ਾਹ
ਇਉਂ ਗੁਰੂ ਮਹਾਰਾਜ ਨੇ ਖੁਸ਼ ਹੋ ਕਰਕੇ ਭਾਈ ਸਾਹਿਬ ਕਾ ਖਿਤਾਬ ਦੈ। ਇਹਨੂੰ ਫਿਰ ਭਾਈ ਸਾਹਿਬ ਦਾ ਖਿਤਾਬ ਬਖਸ਼ਿਆ। ਅਜਮਤ ਬਖਸ਼ੀ ਚਾਰੀ, ਸੋਹਣੀ ਸੁੰਦਰ ਭਾਈ ਇਹਨੂੰ ਅਜਮਤ ਬਖਸ਼ੀ। ਕਰਿਓ ਮਸੰਦ ਮਾਲਵੇ ਕੇਰਾ, ਤੇ ਮਾਲਵੇ ਦਾ ਮਸੰਦ ਕੀਤਾ। ਜਾਏ ਤਾਹੇ ਨਿਜ ਦੇਸੈ, ਇਹਨੇ ਫਿਰ ਫਫੜੇ ਭਾਈ ਕੇ ਆਪਣੇ ਪਿੰਡ ਜਾ ਕਰਕੇ ਉਹ ਸਤਨਾਮ ਉਪਦੇਸ਼ ਦ੍ਰਿੜਾ ਕੇ ਗੁਰੂ ਮਹਾਰਾਜ ਦੀ ਸਿੱਖੀ ਦਾ ਪ੍ਰਚਾਰ ਕੀਤਾ। ਸਤਨਾਮ ਦਾ ਉਪਦੇਸ਼ ਦ੍ਰਿੜ ਕਰਵਾ ਕੇ ਕੀਨੇ ਸਿੱਖ ਬਸੇਸੈ, ਇਹਨੇ ਬਹੁਤ ਗੁਰੂ ਕੇ ਸਿੱਖ ਬਣਾਏ। ਫਿਰ ਤਿਸ ਹੀ ਕੇ ਪੌਤਰ ਭਾਈ, ਫਿਰ ਇਹਦਾ ਹੀ ਇੱਕ ਪੋਤਰਾ ਸੀ ਜੋ ਭਗਤੇ ਸੇਵ ਕਮਾਈ, ਜਿਹਦਾ ਨਾਂ ਸੀ ਭਗਤਾ। ਉਹ ਭਾਈ ਭਗਤੇ ਨੇ ਸੇਵਾ ਕੀਤੀ, ਜਿਹਦੇ ਨਾਂ ਤੇ ਭਾਈ ਭਗਤਾ ਪਿੰਡ ਹੈ। ਖੁਸ਼ ਹੋਇਆ ਗੁਰ ਸੰਗਤ ਭੂਤੋਂ ਕੀ, ਤੇ ਗੁਰੂ ਮਹਾਰਾਜ ਨੇ ਖੁਸ਼ ਹੋ ਕੇ ਉਹਨੂੰ ਫਿਰ ਭੂਤਾਂ ਦੀ ਫੌਜ ਸੌਂਪਦੀ ਸੀ ਭਾਈ ਭਗਤੇ ਨੂੰ। ਇੱਕ ਤਾਂ ਭਾਈ ਭਗਤੂ ਹੋਇਆ, ਉਹ ਤਾਂ ਹੋਇਆ ਪੁੱਛੋ ਨਗਰ ਦਾ। ਇਹ ਸੀ ਭਾਈ ਭਗਤਾ, ਜਿਹਦੇ ਨਾਂ ਤੇ ਨਗਰ ਹੈ, ਭੂਤਾਂ ਵਾਲਾ ਖੂਹ ਹੈ ਉੱਥੇ ਗੁਰਦੁਆਰਾ ਸਾਹਿਬ। ਤੇ ਸਕੋ ਪੁਨ ਸੌਂਪ ਪਾਈ, ਉਹਨੂੰ ਫਿਰ ਸੌਂਪ ਦਿੱਤੀ। ਭੂਤ ਪ੍ਰੇਤ ਚੁਰੈਲ ਖਵੀਸੂ, ਭੂਤਾਂ ਪ੍ਰੇਤਾਂ ਜਿੰਦਿਓ ਜਨ ਇਤਿਆਦ। ਜਿਸ ਕੋ ਚਿਪਟਿਓ ਹੋਵੇ, ਜਿਹਨੂੰ ਵੀ ਗੁਰਮੁਖੋ ਚਿੰਬੜਿਆ ਹੋਵੇ। ਨਿਜ ਡੋਲੀ ਕੋ ਤਜੈ ਤੁਰਤ ਵਹਿ, ਆਪਣੀ ਡੋਲੀ ਨੂੰ, ਡੋਲੀ ਭਾਵ ਉਹ ਸਰੀਰ ਜਿਹਦੇ ਵਿੱਚ ਭੂਤ ਪ੍ਰੇਤ ਜਾਂ ਚਿੰਨ ਨੇ ਪ੍ਰਵੇਸ਼ ਕੀਤਾ ਹੋਵੇ। ਤਜੈ ਤੁਰਤ, ਛੇਤੀ ਹੀ ਛੱਡ ਦੇ। ਜਹ ਭਗਤੇ ਕੋ ਜੋਵੈ, ਜਿੱਥੇ ਵੀ ਭਗਤੇ ਨੂੰ ਕੋਈ ਦੇਖ ਲੈਂਦਾ ਸੀ ਨਾ ਭੂਤ ਪ੍ਰੇਤ, ਉਹ ਸਰੀਰ ਨੂੰ ਛੱਡ ਜਾਂਦੇ ਸੀ। ਲੋਕ ਹਜ਼ਾरों ਰਾਜੀ ਕਰਕੇ, ਹਜ਼ਾਰਾਂ ਲੋਕਾਂ ਨੂੰ ਰਾਜੀ ਕੀਤਾ। ਤਿਸ ਭੀ ਸਿੱਖ ਬਣਾਏ, ਉਹਨੇ ਵੀ ਉਹ ਸਿੱਖ ਬਣਾਏ। ਭਾਈ ਬਹਿਲੋ ਕੀ ਸਿੱਖੀ ਐਵੇਂ, ਇਹ ਭਾਈ ਬਹਿਲੋ ਦੀ ਇਸ ਤਰ੍ਹਾਂ ਸਿੱਖੀ। ਬੜੀ ਦੇਸ ਅਧਿਕਾਏ, ਇਉਂ ਦੇਸ਼ ਦੇ ਵਿੱਚ ਭਾਈ ਬਹੁਤ ਵਧੀ। ਤਬ ਤੈ ਅਵਲੋ ਉਨ ਕੀ ਸੰਤਤ, ਉਦੋਂ ਤੋਂ ਫਿਰ ਉਹਨਾਂ ਦੀ ਜਿਹੜੀ ਅੱਗੇ ਸੰਤਾਨ ਹੈ। ਤਈ ਲੋਗ ਬਹੁ ਸੇਵਤ, ਉਹਨਾਂ ਨੂੰ ਬਹੁਤ ਦੁਨੀਆ ਸੇਵਦੀ ਹੈ। ਫਫੜੇ ਗਾਮ ਜਗ੍ਹਾ ਹੈ ਉਸ ਕੀ, ਫਫੜੇ ਭਾਈ ਕੇ ਪਿੰਡ ਉਹਦੀ ਜਗ੍ਹਾ ਹੈ। ਮੰਨਤ ਜਲ ਫਲ ਲੇਵਤ, ਲੋਕੀ ਮੰਨਦੇ ਤੇ ਭਾਈ ਫਲ ਲੈਂਦੇ ਹਨ। ਇਉਂ ਸਤਿਗੁਰੂ ਪਾਤਸ਼ਾਹ ਦੀ ਇਹ ਕਿਰਪਾ। ਆਓ ਹੁਣ ਟਾਈਮ ਹੋ ਗਿਆ ਹੈ, ਇੱਥੇ ਹੀ ਆਪਾਂ ਸਮਾਪਤੀ ਕਰੀਏ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੂਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।